ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਇੰਡੀਆ ਦਾ ਹੋ ਰਿਹਾ ਹੈਗਾ। ਰੋਜ਼ਾਨਾ ਹੀ 4 ਲੱਖ ਤੋਂ ਉੱਪਰ ਕੇਸ ਆ ਰਹੇ ਆ, 4000 ਮੌਤਾਂ ਹੋ ਰਹੀਆਂ ਆ। ਵੀ ਸਰਕਾਰ ਜਿਹੜੀ ਆ ਉਹਨਾਂ ਨੂੰ ਇਹ 1 ਸਾਲ ਦੇ ਵਿੱਚ ਇਹ ਗੱਲ ਨਹੀਂ ਲੱਗੀ ਵੀ ਐਡੀ ਵੱਡੀ ਮਹਾਮਾਰੀ ਦੁਨੀਆ ਦੇ ਵਿੱਚ ਫੈਲ ਚੁੱਕੀ ਆ ਤੇ ਸਾਡੀਆਂ ਤਿਆਰੀਆਂ ਕੀ ਹੋਣੀਆਂ। ਜੇਕਰ ਬੱਚੇ ਵਾਕਈ ਜਕੜ ਵਿੱਚ ਆ ਜਾਂਦੇ ਤਾਂ ਆਪਾਂ ਖੜੇ ਕਿੱਥੇ ਹੈਗੇ ਆ। ਤੇ ਹਾਲਾਂਕਿ ਜਿਹੜੀ ਚਾਹੇ ਦਿੱਲੀ ਸਰਕਾਰ ਦੀ, ਕੇਜਰੀਵਾਲ ਦੀ ਗੱਲ ਕਰ ਲਈਏ, ਪੰਜਾਬ ਸਰਕਾਰ ਦੀ ਗੱਲ ਕਰੀਏ, ਇਹ ਇਕਜੁੱਟ ਹੋ ਕੇ ਲੜਾਈ ਲੜਨ ਦੀ ਜਗ੍ਹਾ ਇੱਕ ਦੂਜੇ ਨੂੰ ਲਾਂਭੇ ਦੇ ਰਿਹਾ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ। 0 ਤੋਂ 12 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਉੱਤੇ ਜ਼ਿਆਦਾ ਅਟੈਕ ਹੋ ਸਕਦਾ। ਉਹਨਾਂ ਨੇ ਇਹ ਗੱਲ ਸ਼ੰਕਾ ਜ਼ਾਹਰ ਕੀਤੀ ਹੈ। ਤਾਂ ਇਹਦਾ ਮਤਲਬ ਇਹ ਆ ਵੀ ਉਹਨਾਂ ਬੱਚਿਆਂ ਲਈ ਵੈਕਸੀਨ ਕਿੱਥੇ ਆ ਕਿ ਸਰਕਾਰ ਨੂੰ ਚਾਹੀਦਾ ਜੀ ਸਾਡੇ ਹਸਪੀਟਲ ਜਿਹੜੇ ਆ ਉਹ ਅਪਗ੍ਰੇਡ ਕੀਤੇ ਜਾਂਦੇ। ਸਾਨੂੰ ਹਸਪੀਟਲਾਂ ਦੇ ਵਿੱਚ ਬੈੱਡਾਂ ਦੀ ਗਿਣਤੀ, ਖਾਸ ਕਰਕੇ ਵੈਂਟੀਲੇਟਰ ਦੀ ਜਰਾ ਰੇਹੜੀਆਂ ਤੇ ਸਿਲੰਡਰ ਲਾ ਕੇ ਬੈਠਾ, ਕੋਈ ਗੱਡੀਆਂ ਦੇ ਵਿੱਚ ਲਾ ਕੇ ਬੈਠਾ, ਕੋਈ ਪ੍ਰਬੰਧ ਨਹੀਂ, ਕੋਈ ਹਸਪਤਾਲਾਂ ਦੇ ਪ੍ਰਬੰਧ ਨਹੀਂ। ਹਾਲਾਤ ਬੜੇ ਨਾਜ਼ੁਕ ਬਣੇ ਹੋਏ ਆ। ਜਿਹੜੇ ਲੋਕਾਂ ਨੂੰ ਤੁਸੀਂ ਅੱਤਵਾਦੀ ਘੋਸ਼ਿਤ ਕਰਦੇ ਸੀ, ਜਿਹੜੇ ਲੋਕਾਂ ਨੂੰ ਤੁਸੀਂ ਤਰ੍ਹਾਂ ਦੀਆਂ ਗਲਤ ਨਾਮਾਂ ਦੇ ਨਾਲ ਪ੍ਰਚਾਰਿਆ ਕਰ ਸੀਗਾ, ਉਹਨਾਂ ਨੇ ਆਕਸੀਜਨ ਦਾ ਲੰਗਰ ਵੀ ਲਾਤਾ। ਅੱਜ ਕੋਈ ਨਹੀਂ ਬੋਲਿਆ, ਅੱਜ ਕੋਈ ਨਹੀਂ ਬੋਲਿਆ ਤੇ ਸਰਕਾਰਾਂ ਦੇ ਮੂੰਹ ਤੇ ਚਪੇੜਿਆ ਹੈ। ਫਗਵਾੜੇ ਦੀ ਕਾਂਗਰਸ ਦਾ ਇੱਕ ਧੜਾ ਕਹਿ ਰਿਹਾ ਵੀ SHO ਨੇ ਚੰਗਾ ਕੀਤਾ, ਉਹ ਇਮਾਨਦਾਰ ਆ। ਦੂਜਾ ਧੜਾ ਕਹਿੰਦਾ ਵੀ ਇਹ ਗਲਤ ਹੋਇਆ, ਉਹਨੂੰ ਲੱਤ ਨਹੀਂ ਮਾਰਨੀ ਚਾਹੀਦੀ ਸੀ। ਨਵਦੀਪ ਸਿੰਘ ਇੱਕ ਅੱਛਾ ਅਫਸਰ ਹੈ, ਉਹਦਾ ਹਜੇ ਕੈਰੀਅਰ ਕਾਫੀ ਲੰਬਾ ਰਹਿੰਦਾ, ਚੰਗਾ ਅਫਸਰ ਹੈ। ਜਿਹੜਾ SHO ਨਵਦੀਪ ਸਿੰਘ ਨੇ ਇੱਕ ਰੇਹੜੀ ਵਾਲੇ ਦੇ ਲੱਤ ਮਾਰੀ ਆ, ਉਹਨੂੰ ਤੁਸੀਂ ਕਿੱਦਾਂ ਵੇਖਦੇ ਹੋ? ਕਿਉਂਕਿ ਲੋਕ ਤਾਂ ਕਾਫੀ ਕਹਿ ਰਹੇ ਆ ਵੀ ਇਹ ਗਲਤ ਹੋਇਆ, ਕੋਈ ਕਹਿ ਰਿਹਾ ਨਹੀਂ ਜੀ ਇਹ ਗਲਤ ਨਹੀਂ, ਕੋਈ ਕਹਿੰਦਾ ਠੀਕ ਹੋਇਆ। ਹੋ ਸਕਦਾ ਗੁੱਸੇ 'ਚ ਆ ਕੇ ਉਹਦੇ ਕੋਲ ਇਹ ਕੰਮ ਹੋਇਆ, ਗੁੱਸੇ 'ਚ ਆ ਕੇ ਉਹਦੇ ਕੋਲ ਇਹ ਗਲਤੀ ਹੋਈ ਆ, ਲੇਕਿਨ ਮਾਨਸਿਕ ਤੌਰ ਦੇ ਉੱਤੇ ਜਿਹੜਾ ਉਹਦੀ ਮਨਸ਼ਾ ਇਹ ਨਾ ਸੀ। ਲੋਕਾਂ ਦੇ ਮਨਾਂ ਵਿੱਚ ਕਈਆਂ ਦੇ ਇਹ ਵੀ ਗੱਲ ਆਉਂਦੀ ਆ ਬਾਰ-ਬਾਰ ਵੀ ਕਰੋਨਾ ਹੈ ਨਹੀਂ, ਇਹ ਤਾਂ ਸਿਰਫ ਡਰਾਮੇਬਾਜ਼ੀਆਂ, ਇਹ ਤਾਂ ਇਦਾਂ ਨਹੀਂ। ਪਰ ਕਰੋਨਾ ਹੈ। ਜਦ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੋ, ਆਪਣੇ ਰਿਸ਼ਤੇਦਾਰੀਆਂ ਦੇਖ ਲਓ, ਸਰਕਲ ਦੇਖ ਲਿਓ, ਤੇ ਤੁਹਾਨੂੰ ਕੋਈ ਨਾ ਕੋਈ ਕਰੋਨਾ ਪੀੜਤ ਬੰਦਾ ਜ਼ਰੂਰ ਮਿਲੇਗਾ। ਕਿਉਂਕਿ ਸਾਂਢੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਦੀਪ ਸਿੰਘ ਤੱਗੜ। ਕਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਚੰਗੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਤੇ WHO ਨੇ ਇੱਕ ਹੋਰ ਸ਼ੰਕਾ ਜ਼ਾਹਰ ਕੀਤੀ ਹੈ, ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਵੱਡੇ ਪੱਧਰ ਤੇ ਡਰ ਪਾਇਆ ਜਾ ਰਿਹਾ ਆ। ਕਿਉਂਕਿ ਜਦੋਂ ਪਹਿਲੀ ਵੇਵ ਆਈ ਸੀ ਕਰੋਨਾ ਵਾਇਰਸ ਦੀ, ਉਸ ਸਮੇਂ 50 ਸਾਲ ਤੋਂ ਉੱਪਰਲੀ ਉਮਰ ਸੀਨੀਅਰ ਸਿਟੀਜ਼ਨ ਤੇ ਕਾਫੀ ਵੱਡੇ ਪੱਧਰ ਤੇ ਹਮਲਾ ਹੋਇਆ, ਬਹੁਤ ਮੌਤਾਂ ਵੀ ਹੋਈਆਂ ਸਨ। ਜਦੋਂ ਦੂਜੀ ਲਹਿਰ 2021 ਦੇ ਵਿੱਚ ਆਈ ਤਾਂ 31 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਦੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ, ਜੋ ਕਿ ਹਾਹਾਕਾਰ ਮਚੀ ਹੋਈ ਆ। ਅੱਜ ਤੱਕ ਵੀ ਸਰਕਾਰਾਂ ਨਜਿੱਠਣ ਨੂੰ ਜ਼ੋਰਾਂ ਦੇ ਵਿੱਚ ਲੱਗੀਆਂ, ਪਰ ਫੇਲ ਸਾਬਤ ਹੋ ਰਹੀਆਂ, ਕਿਉਂਕਿ ਇਹਦਾ ਕਰੋਨਾ ਨੂੰ ਕੋਈ ਵੀ ਮਾਤ ਨਹੀਂ ਦੇ ਸਕਿਆ। ਤੇ ਹੁਣ ਜਿਹੜਾ WHO ਨੇ ਇੱਕ ਸ਼ੰਕਾ ਜ਼ਾਹਰ ਕੀਤੀ ਹੈ, ਉਹਨਾਂ ਨੇ ਕਿਹਾ ਕਿ ਜਿਹੜੀ ਤੀਸਰੀ ਵੇਵ ਜੁਲਾਈ ਤੋਂ ਸਤੰਬਰ ਮਹੀਨੇ ਦੇ ਵਿੱਚ ਆ ਸਕਦੀ ਹੈ, ਤਾਂ ਉਸ ਵਿੱਚ ਬੱਚਿਆਂ ਦਾ ਸੰਕਰਮਣ ਹੋਣਾ, ਬੱਚਿਆਂ ਤੇ ਬਹੁਤ ਵੱਡੇ ਪੱਧਰ ਤੇ ਹਮਲਾ ਕਰੋਨਾ ਵਾਇਰਸ ਕਰ ਸਕਦਾ ਹੈ। ਉਸ ਨੂੰ ਸੰਜੀਦਗੀ ਨਾਲ ਵੇਖਦੇ ਹੋਏ ਸੁਪਰੀਮ ਕੋਰਟ ਨੇ ਜਿਹੜਾ ਕਿ ਕੇਂਦਰ ਸਰਕਾਰਾਂ ਨੂੰ ਇਹ ਸਵਾਲ ਪੁੱਛਿਆ ਵੀ ਤੁਹਾਡੀਆਂ ਜੇਕਰ ਤੀਸਰੀ ਲਹਿਰ ਆਉਂਦੀ ਹੈਗੀ ਆ ਤੇ ਉਸ ਤੇ ਕਿਹੋ ਜਿਹੀਆਂ ਤਿਆਰੀਆਂ ਹਨ। ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ। ਸਾਡੇ ਸਾਂਝ TV ਦੇ ਸਟੂਡੀਓ ਵਿਖੇ ਪਹੁੰਚਿਆ ਜਰਨੈਲ ਨੰਗਲ ਜੀ, ਲੋਕ ਇਨਸਾਫ ਪਾਰਟੀ ਤੋਂ ਦੁਆਬਾ ਪ੍ਰੈਜ਼ੀਡੈਂਟ ਹੈਗੇ ਆ ਤੇ ਹਲਕਾ ਇੰਚਾਰਜ ਹੈਗੇ ਆ ਫਗਵਾੜਾ ਤੋਂ। ਇਹਨਾਂ ਨਾਲ ਗੱਲਬਾਤ ਕਰਾਂਗੇ। ਭਾਜੀ, ਕਾਫੀ ਵੱਡਾ ਨੁਕਸਾਨ ਕਰੋਨਾ ਵਾਇਰਸ ਨੇ ਕੀਤਾ, ਪੂਰੀ ਦੁਨੀਆ ਦਾ ਕੀਤਾ, ਪਰ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਇੰਡੀਆ ਦਾ ਹੋ ਰਿਹਾ ਹੈਗਾ। ਰੋਜ਼ਾਨਾ ਹੀ 4 ਲੱਖ ਤੋਂ ਉੱਪਰ ਕੇਸ ਆ ਰਹੇ ਆ, 4000 ਮੌਤਾਂ ਹੋ ਰਹੀਆਂ ਆ। ਤੇ ਹੁਣ ਜਿਹੜਾ ਇੱਕ ਨਵਾਂ ਹੀ ਗੱਲ ਸਾਹਮਣੇ ਆ ਰਹੀ ਆ, ਜਿਹੜਾ WHO ਨੇ ਕਹਿ ਦਿੱਤਾ ਵੀ ਤੀਸਰੀ ਵੇਵ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਖਤਰਾ ਹੋ ਸਕਦਾ ਹੈਗਾ ਆ। ਤੇ ਤੁਸੀਂ ਕਿੱਦਾਂ ਵੇਖਦੇ ਹੈਗੇ ਆ 2000 ਜਿਹੜਾ 1 ਸਾਲ ਪਹਿਲਾਂ ਵੀ ਵੇਵ ਆਈ ਹੈਗੀ, 2021 ਦੇ ਵਿੱਚ ਹੁਣ ਵੀ ਦੂਸਰੀ ਲਹਿਰ ਚੱਲ ਰਹੀ ਆ, ਜਿਹੜੀਆਂ ਸਰਕਾਰਾਂ ਦੇ ਪ੍ਰਬੰਧ ਹੈਗੇ ਆ ਉਹ ਕਿੱਦਾਂ ਦੇ ਪ੍ਰਬੰਧ ਦੇਖਦੇ ਹੋ? ਕੀ ਇਹ ਸਾਰੀ ਜਿਹੜੀ ਆ ਸੰਕਟ ਦੀ ਘੜੀ ਹੈਗੀ ਆ, ਇਸ ਨੂੰ ਮੈਨੇਜ ਕਰ ਸਕਣਗੇ? ਤੱਕੜ ਸਾਹਿਬ, ਬਹੁਤ ਅਹਿਮ ਇਸ਼ੂ ਹੈਗਾ, ਕਿਉਂਕਿ ਇਸ ਵੇਲੇ ਇਹ ਕਰੋਨਾ ਦਾ ਜਿਹੜਾ ਦੌਰ ਚੱਲ ਰਿਹਾ, ਇਹਦੇ ਵਿੱਚ ਸਰਕਾਰਾਂ ਨੇ ਪਹਿਲਾਂ ਆਪਣੇ ਵੱਖੋ ਵੱਖਰੇ ਟਾਈਮ ਦੇ ਉੱਤੇ ਕਰੋਨਾ ਨੂੰ ਇੱਕ ਹਥਿਆਰ ਬਣਾ ਕੇ ਵਰਤਿਆ ਸੀ। ਕੇਂਦਰ ਦੀ ਸਰਕਾਰ ਨੇ ਖਾਸ ਕਰਕੇ ਕਰੋਨਾ ਦਾ ਹਥਿਆਰ ਜਿਹੜਾ ਲੋਕਾਂ ਨੂੰ ਡਰਾ ਕੇ ਇਹਨਾਂ ਨੇ ਕਈ ਗਲਤ ਕੰਮ ਕੀਤੇ, ਲੇਕਿਨ ਸਰਕਾਰ ਨੇ ਇਸ ਪਾਸੇ ਨੂੰ ਧਿਆਨ ਹੀ ਨਹੀਂ ਦਿੱਤਾ ਵੀ ਕਰੋਨਾ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਸਕਦਾ ਹੈ ਤੇ ਸਾਨੂੰ ਕਰੋਨਾ ਨੂੰ ਰੋਕਣ ਲਈ ਵੀ ਪ੍ਰਬੰਧ ਕਰਨੇ ਚਾਹੀਦੇ ਆ। ਲੇਕਿਨ ਸਰਕਾਰ ਨੇ ਕੀ ਕੀਤਾ? ਸਰਕਾਰ ਨੇ ਕਿਹਾ ਵੀ ਕਰੋਨਾ ਦੇ ਡਰ ਨਾਲ ਲੋਕ ਅੰਦਰ ਬਾੜੇ ਹੋ ਆ ਤੇ ਹੁਣ ਆਪਾਂ ਜਿੰਨੇ ਗਲਤ ਫੈਸਲੇ ਲੈਣੇ ਆ ਉਹ ਲੈ ਲਈਏ। ਉਹਨਾਂ ਦਾ ਧਿਆਨ ਸਿਰਫ ਉਸ ਪਾਸੇ ਰਿਹਾ, ਜਾਂ ਉਹਨਾਂ ਦਾ ਧਿਆਨ ਰਿਹਾ ਵੀ ਚਲੋ ਇਲੈਕਸ਼ਨ ਕਰਵਾ ਲਈਏ। ਕਰੋਨਾ ਦਾ ਦੌਰ ਜਿਹੜਾ ਹੈਗਾ ਉਹ ਲੋਕਾਂ ਨੂੰ, ਆਮ ਲੋਕਾਂ ਨੂੰ ਕਹਿੰਦੇ ਸੀ ਵੀ ਕਰੋਨਾ ਕਰਕੇ ਅੰਦਰ ਬੜੇ ਰਹੋ, ਕਰੋਨਾ ਕਰਕੇ ਦੁਕਾਨਾਂ ਬੰਦ ਕਰ ਲਓ, ਕਰੋਨਾ ਕਰਕੇ ਵਪਾਰ ਬੰਦ ਕਰ ਲਓ, ਲੇਕਿਨ ਇਲੈਕਸ਼ਨ ਜਿੱਤੇ ਹੋਣੇ ਆ ਉਹ ਕਰਵਾ ਦਿਓ।
ਸਰਕਾਰ ਨੂੰ ਐਂ ਲੱਗਦਾ ਸੀਗਾ ਵੀ ਆਪਾਂ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਪੋਲੀਟੀਕਲ ਲਾਹਾ ਲੈ ਜਾਈਏ। ਲੇਕਿਨ ਇਸ ਵਕਤ ਜਿਹੜੀ ਆ ਤੀਜੀ ਲਹਿਰ ਦੀ ਗੱਲ ਉੱਠੀ ਆ, ਇਹਦੇ ਵਿੱਚ ਫਰਕ ਕੀ ਆਉਣ ਵਾਲਾ ਆ ਜੋ ਆਪਾਂ ਦੇਖ ਰਹੇ ਆ। ਆਪਾਂ ਪ੍ਰੈਕਟੀਕਲ ਗੱਲ ਕਰਨੀ ਆ, ਨਾ ਕਿ ਆਪਾਂ ਕੋਈ ਉੱਦਾਂ ਦੀ ਗੱਲ, ਕਿਉਂਕਿ ਜੋ ਆਪਾਂ ਦੇਖਿਆ, ਜੋ ਪਿੰਡੇ ਤੇ ਹਟਾਇਆ, ਆਪਾਂ ਉਹ ਗੱਲ ਕਰਾਂਗੇ। ਪਹਿਲੀ ਲਹਿਰ ਚੱਲੀ ਜਦੋਂ ਕਰੋਨਾ ਬਾਰੇ ਸਾਰੇ ਜਿਹੜੇ ਆ ਅਣਜਾਣ ਸੀ, ਸਾਰਿਆਂ ਨੂੰ ਨਹੀਂ ਸੀ ਪਤਾ ਵੀ ਕਰੋਨਾ ਕੀ ਚੀਜ਼ ਆ, ਕਰੋਨਾ ਵਾਇਰਸ ਕੀ ਹੈਗਾ। ਪਹਿਲੀ ਵਾਰ ਕਿਸੇ ਨੇ ਨਾਂ ਸੁਣਿਆ ਸੀ। ਔਰ ਇਦਾਂ ਦਾ ਵਾਇਰਸ, ਇਦਾਂ ਦਾ ਦੁਸ਼ਮਣ ਜਿਹਨੂੰ ਅਸੀਂ ਦੇਖਿਆ ਹੀ ਨਹੀਂ, ਜਿਹੜਾ ਸਾਨੂੰ ਦਿਖਾਈ ਨਹੀਂ ਦੇ ਰਿਹਾ ਸੀ, ਉਹ ਤੋਂ ਬਚਾਅ ਕਿੱਦਾਂ ਕਰਨਾ, ਉਹਦੀ ਕੋਈ ਵੈਕਸੀਨ ਨਹੀਂ ਸੀ। ਔਰ ਪਹਿਲੀ ਲਹਿਰ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਡਰ ਬਹੁਤ ਜ਼ਿਆਦਾ ਪਿਆ, ਲੇਕਿਨ ਕੇਸ ਘੱਟ ਆਏ। ਕੇਸ ਪਹਿਲਾਂ ਘੱਟ ਨਿਕਲਦੇ ਸੀ ਤੇ ਡਰ ਜ਼ਿਆਦਾ ਸੀ। ਹੁਣ ਜਦੋਂ ਦੂਜੀ ਲਹਿਰ ਚੱਲੀ ਆ, ਦੂਜੀ ਲਹਿਰ ਦੇ ਵਿੱਚ ਡਰ ਘਟ ਗਿਆ, ਕੇਸ ਵੱਧ ਗਏ। ਜਿਹੜੀ ਦੂਜੀ ਲਹਿਰ ਚੱਲੀ ਆ, ਹੁਣ ਆਪਾਂ ਦੇਖ ਲਓ। ਲੇਕਿਨ ਇਸ 1 ਸਾਲ ਦੇ ਅਰਸੇ ਦੇ ਵਿੱਚ ਜੇ ਆਪਾਂ ਤਿਆਰੀਆਂ ਦੀ ਸਰਕਾਰ ਦੀ ਗੱਲ ਕਰੀਏ, ਮੈਂ ਨਾਟ ਅ ਪੋਲੀਟੀਕਲ ਆਗੂ ਦੇ ਤੌਰ ਤੇ, ਮੈਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ, ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇੱਕ ਗੱਲ ਕਹਿ ਰਿਹਾ। ਮੈਨੂੰ ਪੋਲੀਟੀਕਲ ਪਾਰਟੀਆਂ, ਕੋਈ ਰਾਜ ਭਾਗ ਜਿਹੜਾ ਹੈਗਾ, ਅੱਜ ਕੋਈ ਪੋਲੀਟੀਕਲ ਪਾਰਟੀ ਰਾਜ ਤੇ ਕਬਜ਼ਾ, ਅੱਜ ਭਾਰਤੀ ਜਨਤਾ ਪਾਰਟੀ, ਕੱਲ੍ਹ ਨੂੰ ਕੋਈ ਹੋਰ ਵੀ ਹੋ ਸਕਦੀ। ਪੰਜਾਬ 'ਚ ਅੱਜ ਕਾਂਗਰਸ ਹੈ, ਕੱਲ੍ਹ ਨੂੰ ਕੋਈ ਹੋਰ ਵੀ ਹੋ ਸਕਦੀ, ਪਹਿਲਾਂ ਕੋਈ ਹੋਰ ਵੀ ਸਕੇ। ਇਹ ਰਾਜ ਭਾਗ ਦੀ ਆਪਾਂ ਪੋਲੀਟੀਕਲ ਗੱਲ ਛੱਡ ਕੇ ਆਪਾਂ ਜੇ ਕਿ ਇਨਸਾਨੀਅਤ ਤੌਰ ਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਗੱਲ ਕਰੀਏ, ਤਾਂ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਕਿ ਸਾਨੂੰ ਚਾਹੀਦਾ ਕੀ ਸੀ ਕਿ ਤਿਆਰੀਆਂ ਆਪਾਂ ਪਹਿਲੇ ਲਹਿਰ ਤੋਂ ਕੀ ਸਿੱਖਿਆ। ਪਹਿਲੀ ਲਹਿਰ ਤੋਂ ਆਪਾਂ ਨੂੰ ਇਹ ਚਾਹੀਦਾ ਸੀ ਵੀ ਲੋਕਾਂ ਦੀ ਮੌਤ ਕਿੱਦਾਂ ਹੋਈ। ਤੁਸੀਂ ਦੇਖਿਆ ਵੀ ਲੋਕਾਂ ਦੀ ਪਹਿਲੀ ਲਹਿਰ ਦੇ ਵਿੱਚ ਉਹਨੇ ਕਿਹਾ ਲੱਛਣ ਕੀ ਹੁੰਦੇ ਆ, ਵੀ ਕਰੋਨਾ ਵਾਇਰਸ ਦੇ ਕੀ ਲੱਛਣ ਆ। ਕਰੋਨਾ ਵਾਇਰਸ ਦੇ ਲੱਛਣ ਸੀ ਵੀ ਬੰਦੇ ਨੂੰ ਬੁਖਾਰ ਹੁੰਦਾ ਆ, ਲਗਾਤਾਰ ਹੁੰਦਾ ਆ, ਉਹਨੂੰ ਖਾਂਸੀ ਹੁੰਦੀ ਆ, ਉਹਨੂੰ ਛਾਤੀ ਜਾਮ ਹੁੰਦੀ ਆ, ਰੇਸ਼ਾ ਹੋ ਜਾਂਦੀ ਆ, ਜਿਹਨੂੰ ਆਪਾਂ ਵਿਗੜਿਆ ਨਮੂਨੀਆ ਕਹਿ ਸਕਦੇ ਹਾਂ, ਔਰ ਸਾਹ ਲੈਣ 'ਚ ਤਕਲੀਫ ਹੁੰਦੀ ਆ, ਤੇ ਉਸ ਤੋਂ ਬਾਅਦ ਵਿੱਚ ਬੰਦੇ ਦੀ ਮੌਤ ਹੁੰਦੀ ਆ। ਇਹ ਲੱਛਣ ਪਹਿਲਾਂ ਦੱਸੇ ਜਾਂਦੇ ਸੀ। ਇਸ ਤੋਂ ਬਾਅਦ ਵਿੱਚ ਲੱਛਣ ਚੇਂਜ ਹੋਏ, ਕਈਆਂ ਨੂੰ ਇਹ ਲੱਛਣ ਨਹੀਂ ਵੀ ਆਏ, ਉੱਦਾਂ ਕਰੋਨਾ ਵਾਇਰਸ ਪੋਜ਼ਿਟਿਵ ਉਹਨੇ ਦੱਸਣਾ ਸ਼ੁਰੂ ਕਰ ਦਿੱਤਾ। ਲੇਕਿਨ ਸਭ ਤੋਂ ਵੱਡੀ ਚੀਜ਼, ਜ਼ਰੂਰਤ ਕਿਸ ਚੀਜ਼ ਦੀ ਆਈ? ਜ਼ਰੂਰਤ ਸੀਗੀ ਉਸ ਵੇਲੇ ਕਿ ਸਾਡੇ ਹਸਪੀਟਲ ਜਿਹੜੇ ਹੈਗੇ ਆ ਉਹ ਅਪਗ੍ਰੇਡ ਹੋਣੇ ਚਾਹੀਦੇ ਸੀ, ਕਿਉਂਕਿ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਸਭ ਤੋਂ ਵੱਡੀ ਜ਼ਰੂਰਤ ਸੀ। ਸਰਕਾਰ ਨੇ ਕਿਸੇ ਵੀ ਹਸਪਤਾਲ ਦੇ ਵਿੱਚ ਵੈਂਟੀਲੇਟਰ ਦਾ ਪ੍ਰਬੰਧ ਕਰਨ ਦੀ ਕੋਈ ਜ਼ਰੂਰੀ ਨਹੀਂ ਸਮਝਿਆ। ਦੂਸਰਾ ਕੀ ਸੀਗਾ ਕਿ ਆਕਸੀਜਨ ਚਾਹੀਦੀ ਹੈ। ਜੇ ਵੈਂਟੀਲੇਟਰ ਚਾਹੀਦਾ ਤਾਂ ਆਕਸੀਜਨ ਚਾਹੀਦੀ ਆ। ਸਰਕਾਰ ਨੇ ਨਹੀਂ ਸੋਚਿਆ ਕਿ ਇਹ ਬਿਮਾਰੀ ਜੇ ਭਿਆਨਕ ਰੂਪ ਧਾਰਨ ਕਰ ਜਾਂਦੀ ਆ ਤੇ ਸਾਨੂੰ ਆਕਸੀਜਨ ਦੀ ਕਿੰਨੀ ਲੋੜ ਪੈ ਜਾਏਗੀ। ਸਰਕਾਰ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ। ਇਹ ਤਾਂ ਵੱਡੀਆਂ ਗੱਲਾਂ ਹੋ ਗਈਆਂ। ਮੈਂ ਛੋਟੀਆਂ ਗੱਲਾਂ ਦੀ ਗੱਲ ਕਰਦਾ ਕਿ ਪਹਿਲੇ ਦੌਰ ਦੇ ਵਿੱਚ ਆਪਾਂ ਨੂੰ ਸੈਨੀਟਾਈਜ਼ਰ ਨਹੀਂ ਮਿਲਿਆ। ਇੱਕ ਛੋਟੀ 100 ml ਦੀ ਸ਼ੀਸ਼ੀ ਜਿਹੜੀ ਅਪ੍ਰੈਲ ਮਹੀਨੇ ਦੇ ਵਿੱਚ, ਅਪ੍ਰੈਲ 2020 ਦੇ ਵਿੱਚ 100 ml ਦੀ ਸੈਨੀਟਾਈਜ਼ਰ ਦੀ ਇੱਕ ਛੋਟੀ ਸ਼ੀਸ਼ੀ 200 ਰੁਪਏ ਦੀ ਵੇਚੀ। ਸਰਕਾਰ ਦਾ ਕੀ ਕੰਟਰੋਲ ਸੀ? ਇੱਕ ਮੁਫਤ ਵਾਲਾ ਮਾਸਕ ਜਿਹੜਾ 2 ਰੁਪਏ ਵਾਲਾ ਮਾਸਕ ਸੀਗਾ, ਜਿਹੜਾ ਯੂਜ਼ ਐਂਡ ਥਰੋ ਸੀ, ਉਹ 30 ਰੁਪਏ ਦਾ ਵਿਕ ਗਿਆ। ਸਰਕਾਰ ਦੀ ਉੱਥੇ ਕਿੱਥੇ ਗਈ ਸੀ ਸਰਕਾਰ ਨੇ ਪੀਪੀ ਕਿੱਟਾਂ ਦਾ ਪ੍ਰਬੰਧ ਨਹੀਂ ਕਰ ਸਕੀ। ਪਹਿਲੇ ਦੌਰ ਦੇ ਵਿੱਚ ਪੀਪੀ ਕਿੱਟਾਂ ਨਹੀਂ ਮਿਲ ਸਕੀਆਂ ਸਰਕਾਰ ਨੂੰ। ਸਰਕਾਰ ਨੇ ਸੈਨੀਟਾਈਜ਼ਰ ਦਾ ਪ੍ਰਬੰਧ ਨਹੀਂ ਕਰ ਸਕੀ। ਸਰਕਾਰ ਜਿਹੜੀ ਹੈਗੀ ਆ ਉਹ ਮਾਸਕ ਦਾ ਪ੍ਰਬੰਧ ਨਹੀਂ ਕਰ ਸਕੀ। ਤੇ ਇਹ ਸੀਗੀਆਂ ਮੁੱਢਲੀਆਂ ਗੱਲਾਂ। ਸਰਕਾਰ ਕਿਸੇ ਹਸਪਤਾਲ ਨੂੰ ਅਪਗ੍ਰੇਡ ਨਹੀਂ ਕਰ ਸਕੀ। ਸਰਕਾਰ ਕਿਸੇ ਆਕਸੀਜਨ ਨੂੰ ਨਵਾਂ ਪਲਾਂਟ ਨਹੀਂ ਲਗਾ ਸਕੀ। ਮੈਂ ਪਿਛਲੀ ਵਾਰ ਵੀ ਆਪਾਂ ਤੁਹਾਡੇ ਸਟੂਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਦੋਂ ਆਕਸੀਜਨ ਕਿਹੜੀ ਚੀਜ਼ ਆ, ਆਕਸੀਜਨ ਤੁਰੀ ਫਿਰਦੀ ਹਵਾ ਦੇ ਵਿੱਚ। ਆਕਸੀਜਨ ਸਿਰਫ ਹਵਾ ਨੂੰ ਪਿਊਰੀਫਾਈ ਕਰਨਾ ਔਰ ਉਹਦੇ ਚੋਂ ਆਕਸੀਜਨ ਨੂੰ ਇਕੱਠਾ ਕਰਨਾ, ਹੈ ਨਾ, ਇੰਨਾ ਹੀ ਸੀਗਾ। ਲੇਕਿਨ ਉਹ ਪਲਾਂਟ ਨਹੀਂ ਸਰਕਾਰ ਕਿਸੇ ਵੀ ਵੱਡੇ ਪੱਧਰ ਦੇ ਉੱਤੇ ਲਗਾ ਸਕੀ। ਹੁਣ ਆ ਗਈ ਗੱਲ ਤੀਸਰਾ ਜਿਹੜਾ ਆਪਾਂ ਕਹਿੰਦੇ ਆ ਬੱਚਿਆਂ ਦਾ। ਹੁਣ ਬੱਚਿਆਂ ਦਾ ਜਿਹੜਾ ਹੈਗਾ, ਇਹਦੇ ਤੇ ਕਿੰਨਾ ਕੁ ਕਰੋਨਾ ਵਾਇਰਸ ਦਾ ਅਟੈਕ ਹੋਏਗਾ, ਇਹ ਹਜੇ ਸ਼ੰਕੇ ਆ। ਅਜੇ WHO ਨੇ ਸ਼ੰਕਾ ਜ਼ਾਹਰ ਕੀਤਾ। ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਜਿਹੜੀ ਲਹਿਰ ਆ ਇਹ ਅਕਤੂਬਰ ਤੱਕ ਆ ਸਕਦੀ ਹੈ। ਮਤਲਬ ਆਪਾਂ ਮਈ ਦੇ ਵਿੱਚ ਬੈਠੇ ਆ, 5 ਮਹੀਨੇ ਸਾਡੇ ਕੋਲ ਆ। 5 ਮਹੀਨੇ ਦੇ ਵਿੱਚ ਇਹ ਲਹਿਰ ਜਿਹੜੀ ਆ ਬੱਚਿਆਂ ਤੱਕ ਪਹੁੰਚ ਸਕਦੀ। ਤੀਜੀ ਲਹਿਰ ਇਹਨੂੰ ਆਪਾਂ ਕਹਿ ਰਹੇ। ਸਰਕਾਰ ਦੀਆਂ ਜੋ ਤਿਆਰੀਆਂ ਚੱਲ ਰਹੀਆਂ ਜਾਂ ਜਿਹੜੇ ਮੌਜੂਦਾ ਹਾਲਾਤ ਆ, ਤੁਸੀਂ ਸੰਤੁਸ਼ਟ ਹੋ? ਤੁਹਾਨੂੰ ਲੱਗਦਾ ਵੀ ਸਾਰਾ ਕੁਝ ਠੀਕ ਚੱਲ ਰਿਹਾ? ਸੰਤੁਸ਼ਟ ਜੇ ਦੇਖ ਲਓ ਜੀ, ਜੇ ਮੈਂ ਤਾਂ ਅੰਕੜਿਆਂ ਦੇ ਆਧਾਰ ਤੇ ਹਮੇਸ਼ਾ ਗੱਲ ਕੀਤੀ ਹੈ ਵੀ ਸਰਕਾਰ ਜਿਹੜੀ ਆ ਉਹਨਾਂ ਨੂੰ ਇਹ 1 ਸਾਲ ਦੇ ਵਿੱਚ ਇਹ ਗੱਲ ਨਹੀਂ ਲੱਗੀ ਵੀ ਐਡੀ ਵੱਡੀ ਮਹਾਮਾਰੀ ਦੁਨੀਆ ਦੇ ਵਿੱਚ ਫੈਲ ਚੁੱਕੀ ਆ ਤੇ ਸਾਡੀਆਂ ਤਿਆਰੀਆਂ ਕੀ ਹੋਣੀਆਂ ਚਾਹੀਦੀਆਂ। ਸਰਕਾਰ ਦੀਆਂ ਕੀ ਤਿਆਰੀਆਂ? ਮੇਰੇ ਕੋਲ ਇੱਕ ਅੰਕੜਾ ਹੈਗਾ ਕਿ ਅਸੀਂ ਦੇਖਿਆ ਕਿ ਆਪਾਂ ਦੇਸ਼ ਦੇ ਅੰਦਰ ਸਰਕਾਰ ਨੇ 3000 ਕਰੋੜ ਰੁਪਏ ਦੀ ਮੂਰਤੀ ਲਗਾਤੀ। ਇਸ ਦੇਸ਼ ਨੂੰ 3000 ਕਰੋੜ ਰੁਪਏ ਦੀ ਮੂਰਤੀ ਦੀ ਜ਼ਰੂਰਤ ਸੀਗੀ? ਸਰਕਾਰ ਨੇ ਇਸੇ ਸਾਲ ਦੇ ਵਿੱਚ 2020 ਦੇ ਵਿੱਚ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖ ਦਿੱਤਾ, ਜਿਹਦਾ ਬਜਟ ਪਤਾ ਕਿੰਨਾ ਜੀ? ਉਹਦਾ ਬਜਟ ਹੈਗਾ 450 ਕਰੋੜ ਰੁਪਏ। 450 ਕਰੋੜ ਰੁਪਏ ਦੀ ਸਾਨੂੰ ਸੰਸਦ ਭਵਨ ਦੀ ਜ਼ਰੂਰਤ ਸੀਗੀ?
ਸੰਸਦ ਭਵਨ ਜਿਹੜਾ ਹੈਗਾ ਸਾਡਾ 70 ਸਾਲ ਤੋਂ ਉਸ ਸੰਸਦ ਭਵਨ ਦੇ ਵਿੱਚ ਸਾਡੇ ਸੰਸਦ ਮੈਂਬਰ ਬੈਠ ਕੇ ਦੇਸ਼ ਦੀ ਤਕਦੀਰ ਲਿਖ ਰਹੇ ਆ, ਲੇਕਿਨ ਨਵਾਂ ਸੰਸਦ ਭਵਨ 450 ਕਰੋੜ ਰੁਪਇਆ ਉਹਦਾ ਬਜਟ ਰੱਖਦਾ। ਔਰ ਦੇਸ਼ ਨੂੰ ਜਿਹੜਾ ਨਰਿੰਦਰ ਮੋਦੀ ਨੇ ਕਿਹਾ ਵੀ ਮੈਂ ਬਾਹਰੋਂ ਕੰਪਨੀਆਂ ਨੂੰ ਲੈ ਕੇ ਆਉਂਗਾ, ਵਿਦੇਸ਼ੀ ਦੌਰਿਆਂ ਦੇ 700 ਕਰੋੜ ਰੁਪਇਆ ਖਰਚ ਕੀਤਾ। 700 ਕਰੋੜ ਰੁਪਇਆ ਇਹ ਇੱਕ ਅੰਕੜਾ ਆ ਵੀ ਨਰਿੰਦਰ ਮੋਦੀ ਨੇ ਵਿਦੇਸ਼ੀ ਦੌਰਿਆਂ ਤੇ ਖਰਚ ਦਿੱਤਾ। ਕਿੰਨੇ ਕੁ ਗੰਭੀਰ ਹੈਗੇ ਇਹ। ਦੂਸਰਾ, ਜੇ ਆਪਾਂ ਗੱਲ ਕਰੀਏ ਵੀ ਕੋਈ ਵਿਦੇਸ਼ ਤੋਂ ਟਰੰਪ ਨੇ ਆਉਣਾ ਸੀ ਭਾਰਤ ਦੀ ਧਰਤੀ ਤੇ, ਸਿਰਫ ਉਹਨੂੰ ਕਿ ਭਾਰਤ ਦਾ ਅਸਲੀ ਚਿਹਰਾ ਨਾ ਦਿਸੇ 125 ਕਰੋੜ ਰੁਪਇਆ ਦਾ ਬਜਟ ਬਣਾਤਾ ਉਸ ਚੀਜ਼ ਦਾ। 125 ਕਰੋੜ ਰੁਪਏ ਦਾ ਬਜਟ। ਬੀਜੇਪੀ ਨੂੰ ਇਸ ਗੱਲ ਦੀ ਚਿੰਤਾ ਪਈ ਆ ਕਿ ਸਾਡਾ ਦਫ਼ਤਰ ਹਾਈਟੈਕ ਹੋਣਾ ਚਾਹੀਦਾ। ਉਸ ਦਫ਼ਤਰ ਦੇ ਉੱਤੇ ਜਿਹੜਾ ਹਾਈਟੈਕ ਦਫ਼ਤਰ ਇਹ ਬਣਾ ਰਹੇ ਆ 400 ਕਰੋੜ ਤੋਂ ਵੱਧ ਰੁਪਇਆ ਲਗਾ ਰਹੇ ਆ, ਤੇ ਇਸ ਚੀਜ਼ ਦੀ ਜ਼ਰੂਰਤ ਹੈ। ਤੇ ਸਰਕਾਰ ਕਿੰਨੀ ਕੁ ਗੰਭੀਰ ਹੋ ਸਕਦੀ ਹੈ। ਇਸ ਕਰਕੇ ਸਰਕਾਰ ਜਿਹੜੀ ਆ ਉਹਦੀ ਗੰਭੀਰਤਾ ਇਹਨਾਂ ਕੰਮਾਂ ਤੋਂ ਜਾਣੀ ਜਾਂਦੀ। ਪਰ ਇਸ ਵੇਲੇ ਦੇਸ਼ ਤੇ ਬੜਾ ਵੱਡਾ ਜਿਹੜਾ ਕਿ ਖਤਰਾ ਮੰਡਰਾ ਰਿਹਾ, ਜਿਵੇਂ ਜੇਕਰ ਬੱਚੇ ਵਾਕਈ ਹੀ ਚਪੇਟ ਜਾਏ ਨੇ, ਕਿਉਂਕਿ ਹਜੇ ਕਹਿਣਾ ਬੜਾ ਮੁਸ਼ਕਲ ਹੈਗਾ ਵੀ ਕੀ ਹੋਣਾ ਕੀ ਨਹੀਂ। ਇਹ ਤਾਂ ਜੋ ਜਿਹੜਾ ਮੀਡੀਆ ਦੇ ਵਿੱਚ ਆ ਰਿਹਾ, ਜੋ ਸੁਪਰੀਮ ਕੋਰਟ ਨੇ ਪੁੱਛਿਆ ਹੈਗਾ, ਜੋ WHO ਦੀ ਸ਼ੰਕਾ ਹੈਗੀ, ਆਪਾਂ ਉਸ ਵੀ ਹਫ਼ਤੇ ਗੱਲ ਕਰਦੇ ਹਾਂ। ਜੇਕਰ ਬੱਚੇ ਵਾਕਈ ਜਕੜ ਵਿੱਚ ਆ ਜਾਂਦੇ ਤਾਂ ਆਪਾਂ ਖੜੇ ਕਿੱਥੇ ਹੈਗੇ ਆ। ਤੇ ਹਾਲਾਂਕਿ ਜਿਹੜੀ ਚਾਹੇ ਦਿੱਲੀ ਸਰਕਾਰ ਦੀ, ਕੇਜਰੀਵਾਲ ਦੀ ਗੱਲ ਕਰੀਏ, ਪੰਜਾਬ ਸਰਕਾਰ ਦੀ ਗੱਲ ਕਰੀਏ, ਇਹ ਇਕਜੁੱਟ ਹੋ ਕੇ ਲੜਾਈ ਲੜਨ ਦੀ ਜਗ੍ਹਾ ਇੱਕ ਦੂਜੇ ਨੂੰ ਲਾਂਭੇ ਦੇ ਰਿਹਾ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ, ਸਾਨੂੰ ਆਕਸੀਜਨ ਨਹੀਂ ਦੇ ਰਹੇ, ਸਾਨੂੰ ਜੀ ਵੈਕਸੀਨ ਨਹੀਂ ਦੇ ਰਹੇ, ਸਾਨੂੰ ਇੱਥੇ ਨਹੀਂ ਦੇ ਰਹੇ। ਤੇ ਉਹ ਕਿੱਦਾਂ ਤੁਸੀਂ ਵੇਖਦੇ ਹੋ ਵੀ ਹੁਣ ਸਮਾਂ ਤਾਂ ਹੈਗਾ ਇਕਜੁੱਟ ਹੋ ਕੇ ਲੜਨ ਦਾ, ਪਰ ਇੱਥੇ ਵੀ ਆਪਾਂ ਸਿਆਸਤ ਦੇਖ ਰਹੇ ਹਾਂ ਵੀ ਵੋਟਾਂ ਦੀ ਰਾਜਨੀਤੀ ਦੇ ਲਈ ਲੋਕ ਮਰ ਰਹੇ ਆ ਤੇ ਆਪਾਂ ਆਪਣੀ 605 ਦੇ ਵਿੱਚ ਪਏ ਹੋਏ ਆ ਵੀ ਆਪਾਂ ਇਸ ਮੁੱਖ ਮੰਤਰੀ ਦੀ ਮਦਦ ਕਰਨੀ ਆ ਜਾਂ ਉਸ ਦੀ ਕਰਨੀ ਆ, ਇਹਦੇ ਵਿੱਚ ਫਸੇ ਹੋਏ ਆ। ਇਹ ਤਾਂ ਕੇਂਦਰ ਦਾ ਰਵੱਈਆ ਹੈ ਨਾ, ਇਹ ਤਾਂ ਕੇਂਦਰ ਦਾ ਰਵੱਈਆ ਜਿਹੜਾ ਉਹ ਸਾਹਮਣੇ ਆ ਰਿਹਾ। ਮੈਂ ਪਿਛਲੀ ਵਾਰੀ ਜਿਹੜੀ ਆਕਸੀਜਨ ਦਾ ਮੁੱਦਾ ਉਹ ਚੁੱਕਿਆ ਸੀ, ਆਕਸੀਜਨ ਦੇ ਮੁੱਦਾ ਸੀਗਾ ਹੀ ਇਹ ਕਿ ਸਰਕਾਰ ਜਿਹੜੀ ਆ, ਸਰਕਾਰ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈਗੀ ਕਿ ਲੋਕ ਜਿਹੜੇ ਹੈਗੇ ਆ ਉਹ ਬਿਮਾਰੀ ਜਿਹੜੀ ਆ ਜਿਹਦੇ ਨਾਲ ਜੂਝ ਰਹੇ ਆ, ਉਹਨਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ। ਸਰਕਾਰ ਨੇ ਆਕਸੀਜਨ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ। ਜਿਹੜੇ ਕਰੋਨਾ ਸੈਂਟਰ ਅਲਾਉਟ ਕੀਤੇ ਆ, ਜਿਵੇਂ ਕਿ ਸਰਕਾਰੀ ਹਸਪੀਟਲ ਹੈਗੇ ਆ ਉਹ ਕਰੋਨਾ ਸੈਂਟਰ ਨੇ, ਜਾਂ ਕੋਈ ਪ੍ਰਾਈਵੇਟ ਹਸਪੀਟਲ ਜਿਹਨੇ ਕਰੋਨਾ ਸੈਂਟਰ ਮਨਜ਼ੂਰ ਕਰ ਲਿਆ, ਸਪਲਾਈ ਸਿਰਫ ਆਕਸੀਜਨ ਦੀ ਉਹਨਾਂ ਨੂੰ ਜਾ ਰਹੀ ਸੀ। ਆਪਾਂ ਪਹਿਲਾਂ ਵੀ ਇਹ ਗੱਲ ਚੁੱਕੀ ਔਰ ਸਰਕਾਰ ਨੂੰ ਅਸੀਂ ਵੀ ਇਹ ਗੱਲ ਆਪਣਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਵੀ ਕੋਈ ਕਰੋਨਾ ਤੋਂ ਇਲਾਵਾ ਵੀ ਪੇਸ਼ੈਂਟ ਹੋ ਸਕਦੇ ਆ, ਕੋਈ ਹਾਰਟ ਪੇਸ਼ੈਂਟ ਹੋ ਸਕਦੇ, ਕੋਈ ਅਸਥਮਾ ਦੇ ਪੇਸ਼ੈਂਟ ਹੋ ਸਕਦੇ ਆ, ਕਿਸੇ ਦਾ ਆਪਰੇਸ਼ਨ ਹੋ ਸਕਦਾ, ਆਕਸੀਜਨ ਦੀ ਜ਼ਰੂਰਤ ਤਾਂ ਉਹਨੂੰ ਵੀ ਆ। ਸਰਕਾਰ ਆਕਸੀਜਨ ਦਾ ਮੁਹੱਈਆ ਨਹੀਂ ਕਰਵਾ ਸਕੀ। ਹੋਰ ਦੱਸੋ ਬਈ ਆਪਾਂ ਕੀ ਕਹੀਏ। ਕੇਂਦਰ ਦੀ ਸਰਕਾਰ ਦਾ ਜਿਹੜਾ ਰਵੱਈਆ, ਚਾਹੇ ਦਿੱਲੀ ਦੀ ਸਰਕਾਰ ਨੇ ਕਿਹਾ ਵੀ ਸਾਨੂੰ ਆਕਸੀਜਨ ਜਿਹੜੀ ਆ ਸਾਡਾ ਭਿੰਨ ਭੇਦ ਕੀਤਾ ਜਾ ਰਿਹਾ, ਚਾਹੇ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਭਿੰਨ ਭੇਦ ਕੀਤਾ ਜਾ ਰਿਹਾ। ਮੈਂ ਕਹਿੰਦਾ ਵੀ ਦਿੱਲੀ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਭਿੰਨ ਭੇਦ ਕੇਂਦਰ ਕਰ ਰਿਹਾ, ਲੇਕਿਨ ਪਲਾਂਟ ਤੁਹਾਡੇ ਆਪਣੇ ਕਿਉਂ ਨਹੀਂ? ਕਿਤੇ ਕੇਂਦਰ ਦੀ ਸਰਕਾਰ ਦੇ ਕੋਲੇ ਆਕਸੀਜਨ ਇਕੱਠੀ ਕਰਨ ਵਾਲਾ ਪਲਾਂਟ ਹੋ ਸਕਦਾ ਵੀ? ਹਵਾ ਤਾਂ ਉਹੀ ਇੱਥੇ ਚੱਲਦੀ ਆ, ਹਵਾ ਤਾਂ ਉਹੀ ਉੱਥੇ ਦਿੱਲੀ ਵੀ ਚੱਲਦੀ ਆ। ਹਾਲਾਂਕਿ ਸੰਗਤਾਂ ਨੇ ਲੰਗਰ ਲਗਾ ਦਿੱਤੇ ਆਕਸੀਜਨ ਦੇ ਬਿਨਾਂ ਸਰਕਾਰਾਂ ਤੋਂ। ਬਿਲਕੁਲ ਜੀ, ਉਹੀ ਤਾਂ ਗੱਲ ਹੈ ਨਾ ਵੀ ਜੇ ਜਿਹੜੇ ਲੋਕਾਂ ਨੂੰ, ਮੈਂ ਪਿਛਲੀ ਵਾਰ ਵੀ ਇਹ ਗੱਲ ਕਹੀ ਸੀ ਵੀ ਜਿਹੜੇ ਲੋਕਾਂ ਨੂੰ ਤੁਸੀਂ ਅੱਤਵਾਦੀ ਘੋਸ਼ਿਤ ਕਰਦੇ ਸੀ, ਜਿਹੜੇ ਲੋਕਾਂ ਨੂੰ ਤੁਸੀਂ ਤਰ੍ਹਾਂ ਦੀਆਂ ਗਲਤ ਨਾਮਾਂ ਦੇ ਨਾਲ ਪ੍ਰਚਾਰਿਆ ਕਰ ਸੀਗਾ, ਜਿਨ੍ਹਾਂ ਲੋਕਾਂ ਨੂੰ ਤੁਸੀਂ ਕਹਿੰਦੇ ਸੀ ਵੀ ਇਹ ਤਾਂ ਇਹਨਾਂ ਨੇ ਪੀਜੇ ਦੇ ਲੰਗਰ ਲਾਏ ਹੋਆ, ਇਹਨਾਂ ਨੇ ਤਾਂ 버ਗਰ ਦੇ ਲੰਗਰ ਲਾਏ ਹੋਆ, ਇਹਨਾਂ ਨੇ ਤਾਂ ਉਹ ਲੰਗਰ ਲਾਏ, ਇਹਨਾਂ ਨੂੰ ਫੰਡਿੰਗ ਕਿੱਥੋਂ ਹੋ ਰਹੀ ਆ, ਉਹਨਾਂ ਨੇ ਆਕਸੀਜਨ ਦਾ ਲੰਗਰ ਵੀ ਲਾਤਾ। ਅੱਜ ਕੋਈ ਨਹੀਂ ਬੋਲਿਆ ਤੇ ਸਰਕਾਰਾਂ ਦੇ ਮੂੰਹ ਤੇ ਚਪੇੜ ਆ ਇਹ। ਚਾਹੇ ਸਰਕਾਰ ਕਿਸੇ ਵੀ ਸੂਬੇ ਦੀ ਹੋਵੇ, ਚਾਹੇ ਕੇਂਦਰ ਦੀ ਹੋਵੇ, ਇਹਦਾ ਮਤਲਬ ਇਹ ਆ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਇਸ ਗੱਲ 'ਤੇ ਗੰਭੀਰ ਨਹੀਂ। ਸਰਕਾਰ ਰਾਜਨੀਤਿਕ ਤੌਰ ਤੇ ਉਸੇ ਐਂਗਲ ਤੋਂ ਦੇਖਦੀ ਆ ਵੀ ਸਾਨੂੰ ਫਾਇਦਾ ਕਿੱਥੋਂ ਹੁੰਦਾ, ਇਹਦੀ ਭੰਡੀ ਕਿੱਥੋਂ ਹੁੰਦੀ ਆ। ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ। ਹੁਣ ਗੱਲ ਬੱਚਿਆਂ ਦੀ ਜਿਹੜੀ ਹੈਗੀ ਆ, ਬੱਚਿਆਂ ਨੂੰ ਅਗਰ ਇਹ ਜਿਹੜਾ ਤੀਸਰੀ ਲਹਿਰ ਚੱਲਦੀ ਆ, ਅਗਰ ਬੱਚੇ ਇਸ ਦੀ ਚਪੇਟ ਆਉਣ ਦਾ ਖਦਸ਼ਾ ਹੈਗਾ ਆ, ਜੇ WHO ਨੇ ਖਦਸ਼ਾ ਜ਼ਾਹਰ ਕੀਤਾ ਤਾਂ ਸਾਨੂੰ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈਗਾ। ਹੁਣ ਸਾਨੂੰ ਇਹ ਆ ਵੀ ਸਾਨੂੰ ਇਸ ਵੇਲੇ ਜੇ 1 ਸਾਲ ਦੇ ਬਾਅਦ ਕਰੋਨਾ ਵੈਕਸੀਨ ਤਿਆਰ ਹੋਈ, ਕਰੋਨਾ ਵੈਕਸੀਨ ਇਹਨਾਂ ਨੇ ਪਹਿਲੀ ਲਹਿਰ ਚਲਾਈ, ਪਹਿਲੀ ਲਹਿਰ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਰੋਨਾ ਵੈਕਸੀਨ ਜਿਹੜੀ ਹੈਗੀ ਆ ਉਹ 45 ਸਾਲ ਤੋਂ ਉੱਪਰ ਵਾਲੀ ਏਜ ਵਾਲਿਆਂ ਨੂੰ ਜਿਹੜੀ ਹੈਗੀ ਆ ਉਹ ਵੈਕਸੀਨ ਲਗਾਈ ਜਾਊ। ਇਹਨਾਂ ਨੂੰ ਲੱਗਾ ਵੀ ਉਹ ਜਿਹੜੇ ਹੈਗੇ ਆ ਜ਼ਿਆਦਾ, ਨੋ ਡਾਊਟ ਵੀ ਪਹਿਲੀ ਲਹਿਰ ਦੇ ਵਿੱਚ ਹੋਇਆ ਹੀ ਇੱਦਾਂ। ਹੁਣ ਆ ਗਈ ਦੂਜੀ ਲਹਿਰ ਦੇ ਵਿੱਚ 30 ਸਾਲ ਤੋਂ 50 ਸਾਲ ਵਾਲੇ ਜਿਹੜੇ ਆ ਉਹਨਾਂ ਤੇ ਜ਼ਿਆਦਾ ਕਰੋਨਾ ਦਾ ਅਟੈਕ ਹੋਇਆ। ਹੁਣ ਸ਼ੰਕਾ ਜ਼ਾਹਰ ਕੀਤਾ ਜਾ ਰਿਹਾ ਤੀਜੀ ਲਹਿਰ ਦੇ ਵਿੱਚ ਆਪਾਂ ਕਹਿੰਦੇ ਆ ਵੀ ਜਿਹੜੇ ਉਸ ਤੋਂ ਘੱਟ ਉਮਰ ਵਾਲੇ, ਮਤਲਬ 0 ਤੋਂ 12 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਉੱਤੇ ਜ਼ਿਆਦਾ ਅਟੈਕ ਹੋ ਸਕਦਾ। ਉਹਨਾਂ ਨੇ ਇਹ ਗੱਲ ਸ਼ੰਕਾ ਜ਼ਾਹਰ ਕੀਤੀ ਹੈ। ਤਾਂ ਇਹਦਾ ਮਤਲਬ ਇਹ ਆ ਵੀ ਉਹਨਾਂ ਬੱਚਿਆਂ ਲਈ ਵੈਕਸੀਨ ਕਿੱਥੇ ਆ? ਹੁਣ ਇਹਨਾਂ ਨੇ ਕਿਹਾ ਸੀ ਵੀ 1 ਮਈ ਤੋਂ ਵੈਕਸੀਨ ਜਿਹੜੀ ਆ ਲੱਗਣੀ ਸ਼ੁਰੂ ਹੋਏਗੀ, 18 ਸਾਲ ਤੱਕ ਲੱਗਣੀ ਸ਼ੁਰੂ ਹੋਏਗੀ ਇਹਨਾਂ ਨੇ ਕਿਹਾ ਸੀ, ਲੇਕਿਨ ਨਾਲ ਹੀ ਸਟੇਟਮੈਂਟ ਆਉਣ ਲੱਗ ਪਈਆਂ ਵੀ ਵੈਕਸੀਨ ਤਾਂ ਹੈ ਹੀ ਨਹੀਂ ਤੇ ਲੱਗਣੀ ਕਿੱਥੋਂ ਆ? ਤਾਂ ਤੀਸਰੀ ਜਿਹੜੀ ਵੈਕਸੀਨ ਆ ਬੱਚਿਆਂ ਵਾਸਤੇ ਹਜੇ ਤਿਆਰ ਹੀ ਨਹੀਂ ਹੋਈ। ਮੈਂ ਨਿਊਜ਼ ਦੇਖ ਰਿਹਾ ਸੀ ਕਿ ਕਈ ਜਿੱਦਾਂ ਕੈਨੇਡਾ ਦੇ ਵਿੱਚ
ਜਿਹੜੀ ਬੱਚਿਆਂ ਵਾਸਤੇ ਵੈਕਸੀਨ ਤਿਆਰ ਹੋ ਚੁੱਕੀ ਆ, ਉਹਨਾਂ ਨੇ ਆਪਣੇ ਲਗਾਉਣਾ ਸ਼ੁਰੂ ਕਰ ਦਿੱਤਾ। ਅਮਰੀਕਾ ਨੇ 2000 ਬੱਚਿਆਂ ਦੇ ਉੱਤੇ ਆਪਣਾ ਐਕਸਪੈਰੀਮੈਂਟ ਵੀ ਕਰ ਲਿਆ। ਲੇਕਿਨ ਭਾਰਤ ਦਾ ਪ੍ਰਧਾਨ ਮੰਤਰੀ ਇੱਕੋ ਇੱਕ ਦੁਨੀਆ ਦਾ ਪ੍ਰਧਾਨ ਮੰਤਰੀ ਹੋਊਗਾ ਜਿਹਨੇ ਕੋਈ ਜਿਹੜੇ ਦੂਜੇ ਦੇਸ਼ਾਂ ਨੂੰ ਮੰਗਣ ਤੋਂ ਬਿਨਾਂ ਮਦਦ ਭੇਜ ਦਿੱਤੀ। ਹੁਣ ਸਾਰਿਆਂ ਮੂਹਰੇ ਹੱਥ ਅੱਡੀ ਫਿਰਦਾ ਵੀ ਮੇਰੀ ਮਦਦ ਕਰ ਦਿਓ। ਆ ਤੁਸੀਂ ਦੇਖੋ ਐਡੇ ਪੋਲੀਟੀਸ਼ੀਅਨਸ ਹੈਗੇ ਆ, ਲੋਕਾਂ ਦੇ ਵਿੱਚ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਕਿੱਦਾਂ ਹਾਈਲਾਈਟ ਕਰਨੀ। ਆਪਾਂ ਸੋਸ਼ਲ ਮੀਡੀਆ ਤੇ ਕਿੱਦਾਂ ਦੀਆਂ ਨਿਊਜ਼ ਦੇਖ ਰਹੇ ਹਾਂ ਬਈ ਬਾਹਰ ਦੀਆਂ ਅਰਬ ਕੰਟਰੀਆਂ ਦੇ ਉੱਤੋਂ ਆਕਸੀਜਨ ਦੇ ਵੱਡੇ ਵੱਡੇ ਕੰਟੇਨਰ ਸਾਡੇ ਕੋਲ ਆਏ ਹੈਗੇ ਆ, ਵੱਡੇ ਵੱਡੇ ਟੈਂਕਰ ਸਾਡੇ ਕੋਲ ਆਕਸੀਜਨ ਦੇ ਆਏ ਹੈਗੇ ਆ, ਤੇ ਉਹਦੇ ਤੇ ਸਟicker ਜਿਹੜੇ ਹੈਗੇ ਆ ਰਿਲਾਇੰਸ ਵਾਲਿਆਂ ਦੇ, ਅੰਬਾਨੀ ਉਹਨਾਂ ਦੇ ਲਗਾਏ ਜਾ ਰਹੇ ਆ। ਇੱਦਾਂ ਦੀਆਂ ਖਬਰਾਂ ਵੀ ਆਪਾਂ ਦੇਖ ਰਹੇ ਹਾਂ। ਤਾਂ ਮਤਲਬ ਇੱਥੇ ਰਾਜਨੀਤੀ ਹੀ ਹੋ ਰਹੀ ਆ। ਪਰ ਹਾਲਾਤ ਤਾਂ ਕਾਫੀ ਮਾੜੇ ਵੇਖਣ ਮੇਰੇ ਸੋਸ਼ਲ ਮੀਡੀਆ ਤੇ। ਕੋਈ ਵਿਚਾਰਾ ਰੇਹੜੀਆਂ ਤੇ ਸਿਲੰਡਰ ਲਾ ਕੇ ਬੈਠਾ, ਕੋਈ ਗੱਡੀਆਂ ਦੇ ਵਿੱਚ ਲਾ ਕੇ ਬੈਠਾ, ਕੋਈ ਪ੍ਰਬੰਧ ਨਹੀਂ, ਕੋਈ ਹਸਪਤਾਲਾਂ ਦੇ ਪ੍ਰਬੰਧ ਨਹੀਂ। ਹਾਲਾਤ ਬੜੇ ਨਾਜ਼ੁਕ ਬਣੇ ਹੋਏ ਆ। ਉਹੀ ਗੱਲ ਕਹੀ ਨਾ ਕਿ ਸਰਕਾਰ ਨੂੰ ਚਾਹੀਦਾ ਜੀ ਸਾਡੇ ਹਸਪੀਟਲ ਜਿਹੜੇ ਆ ਉਹ ਅਪਗ੍ਰੇਡ ਕੀਤੇ ਜਾਂਦੇ। ਸਾਨੂੰ ਹਸਪੀਟਲਾਂ ਦੇ ਵਿੱਚ ਬੈੱਡਾਂ ਦੀ ਗਿਣਤੀ, ਖਾਸ ਕਰਕੇ ਵੈਂਟੀਲੇਟਰ ਦੀ ਜਿਹੜੀ ਗਿਣਤੀ, ਆਪਾਂ ਕਿਸੇ ਵੀ ਹਸਪਤਾਲ ਦੇ ਵਿੱਚ ਇੱਕ ਵੀ ਗੱਲ ਜਿਹੜੀ ਹੈਗੀ ਆ ਉਹ ਨਹੀਂ ਕੀਤੀ ਗਈ। ਮੈਂ ਕਹਿੰਦਾ ਪੰਜਾਬ ਦੀ ਸਰਕਾਰ ਕਾਂਗਰਸ ਦੀ ਹੈਗੀ ਆ, ਕੇਂਦਰ ਦੇ ਵਿੱਚ ਬੀਜੇਪੀ ਦੀ ਆ। ਕਾਂਗਰਸ ਬੀਜੇਪੀ ਦਾ ਇੱਟ ਖੜਾਕਾ ਆ। ਇਹ ਬਦਨਾਮ ਕਰਨਗੇ ਉਹਨਾਂ ਨੂੰ ਬਈ ਉਹ ਸਾਨੂੰ ਭੇਜ ਨਹੀਂ ਰਹੇ, ਸਾਡੇ ਨਾਲ ਮਾੜਾ ਵਤੀਰਾ ਕਰ ਰਹੇ ਆ। ਉਹ ਬੀਜੇਪੀ ਵਾਲੇ ਕਹਿਣਗੇ ਵੀ ਕਾਂਗਰਸ ਵਾਲੇ ਸਾਡੀ ਗੱਲ ਨਹੀਂ ਮੰਨ ਰਹੇ, ਅਸੀਂ ਇਹਨਾਂ ਨੂੰ ਭੇਜਣਾ ਚਾਹੁੰਦੇ ਹਾਂ, ਸਾਡੇ ਨਾਲ ਗੱਲ ਨਹੀਂ ਕਰ ਰਹੇ। ਉਹ ਇਦਾਂ ਦੀ ਇੱਕ ਦੂਜੇ ਦੇ ਚੱਕੜਬਾਜੀ। ਲੇਕਿਨ ਕਿਸੇ ਨੇ ਵੀ ਇਹ ਸਟੇਟਮੈਂਟ ਨਹੀਂ ਦਿੱਤੀ ਕਿ ਅਸੀਂ ਸੂਬੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ। ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦਾ ਵੀ ਭਾਈ ਆਪਣੇ ਪੰਜਾਬ ਦੇ ਸੂਬੇ ਦੇ ਲੋਕਾਂ ਦੇ ਲਈ ਜਵਾਬਦੇਹ ਹੈਗਾ, ਤੇ ਮੈਂ ਆਪਣੇ ਸੂਬੇ ਦੇ ਲੋਕਾਂ ਨੂੰ ਬਚਾਉਣ ਦੇ ਲਈ ਆ ਇੰਨਾ ਬਜਟ ਇਸ ਜਗ੍ਹਾ ਪਲਾਂਟ ਲਗਾ ਰਿਹਾ, ਆਕਸੀਜਨ ਦਾ ਪਲਾਂਟ ਲਗਾ ਰਿਹਾ, ਇਸ ਹਸਪਤਾਲਾਂ ਦੇ ਵਿੱਚ ਮੈਂ ਇੰਨੇ ਵੈਂਟੀਲੇਟਰ ਦੇ ਰਿਹਾ। ਉਹਨਾਂ ਦੀ ਤਾਂ ਨਿਊਜ਼ ਇਹ ਆ ਰਹੀ ਆ ਵੀ ਨਵਜੋਤ ਸਿੰਘ ਸਿੱਧੂ ਪਟਿਆਲੇ ਤੋਂ ਆ ਕੇ ਮੇਰੇ ਨਾਲ ਇਲੈਕਸ਼ਨ ਲੜ ਕੇ ਦਿਖਾ ਦੇਵੇ, ਮੈਂ ਇਹਦੀ ਜ਼ਮਾਨਤ ਜ਼ਬਤ ਕਰਾ ਦੂੰਗਾ। ਜਾਂ ਸਾਡੀ ਨਿਊਜ਼ਾਂ ਇਹ ਚੱਲ ਰਹੀਆਂ ਜਿੰਨੇ ਐਮਐਲਏ ਸਾਡੇ, ਜਿੰਨੇ ਸਾਡੇ ਮਿਨਿਸਟਰ ਆ, ਉਹ ਇਸ ਗੱਲ ਲਈ ਕਦੀ ਉਹਨਾਂ ਨੇ ਮੀਟਿੰਗ ਨਹੀਂ ਕੀਤੀ ਕਿ ਕਰੋਨਾ ਦੇ ਕੋਲੋਂ ਬਚਾਉਣ ਦੇ ਵਾਸਤੇ ਸਾਨੂੰ ਕੀ ਐਫਰਟਸ ਕਰਨੇ ਚਾਹੀਦੇ ਆ, ਸਾਨੂੰ ਮੁੱਖ ਮੰਤਰੀ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਕਿ ਨਹੀਂ ਬਣਾਉਣਾ ਚਾਹੀਦਾ। ਇਸ ਗੱਲ ਲਈ ਮੀਟਿੰਗ ਨਹੀਂ ਕਰ ਰਹੇ। ਉਹ ਇਸ ਗੱਲ ਲਈ ਕਰ ਰਹੇ ਆ ਕਿ ਜਿਹੜਾ ਕੈਪਟਨ ਅਮਰਿੰਦਰ ਆ ਇਹਨੂੰ ਲਾ ਕੇ, ਇਹਨੂੰ ਠਿੱਬੀ ਦੇ ਕੇ ਨਵਾਂ ਮੁੱਖ ਮੰਤਰੀ ਕਿੱਦਾਂ ਬਣਾਈਏ, ਧੜੇਬੰਦੀ ਕੀਤੀ ਜਾ ਰਹੀ ਹੈ। ਬਾਕੀ ਇਹ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਪਰ ਹਾਲਾਤ ਤਾਂ ਫਗਵਾੜੇ ਵਿੱਚ ਵੀ ਇਦਾਂ ਹੀ ਬਣਿਆ। ਜੇ ਆਪਾਂ ਫਗਵਾੜੇ ਹਲਕੇ ਦੀ ਗੱਲ ਕਰੀਏ, ਇੱਕ ਪਾਸੇ ਐਮਐਲਏ ਬਲਵਿੰਦਰ ਧਾਲੀਵਾਲ, ਦੂਜੇ ਪਾਸੇ ਜੋਗਿੰਦਰ ਸਿੰਘ ਮਾਨ, ਬੜੇ ਸਿੱਧੇ ਜਿਹੜਾ ਕਿ ਇੱਕ ਦੂਜੇ ਨਾਲ ਟੱਕਰਨ ਦੀਆਂ ਗੱਲਾਂ ਕਰ ਰਹੇ ਆ। ਧੜੇਬੰਦੀ ਬਣੀ ਹੋਈ ਆ। ਪਹਿਲਾਂ ਬਿਆਨ ਆ ਜਾਂਦਾ ਜੀ ਜਿਹੜੇ ਬਲਵਿੰਦਰ ਧਾਲੀਵਾਲ ਦੇ ਖੇਮੇ ਦੇ ਬੰਦੇ ਹੈਗੇ ਆ ਵੀ ਇਲੈਕਸ਼ਨ ਹੋਣੀ ਚਾਹੀਦੀ ਆ। ਦੂਜੇ ਪਾਸੇ ਉਸੇ ਦਿਨ ਸ਼ਾਮ ਨੂੰ ਜੋਗਿੰਦਰ ਮਾਨ ਦੇ ਜਿਹੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਕਹਿੰਦਾ ਇਲੈਕਸ਼ਨ ਨਹੀਂ ਹੋਣੇ ਚਾਹੀਦੇ, ਕਰੋਨਾ ਬੜਾ ਮਾੜਾ ਅਸਰ ਇਹ ਕਰ ਰਿਹਾ ਹੈਗਾ। ਉਦੋਂ ਬਾਅਦ ਦੇ ਵਿੱਚ ਇੱਕ ਐਕਸੀਡੈਂਟ ਹੁੰਦਾ। ਇੱਕ ਗੱਲ ਹੋਰ ਤੁਸੀਂ ਮੈਨੂੰ ਦੱਸੋ, ਆਪਾਂ ਪੰਜਾਬ ਪੁਲਿਸ ਦੀ ਗੱਲ ਵੀ ਕਰਾਂਗੇ। ਜਦੋਂ ਪਹਿਲੀ ਵੇਵ ਆਈ ਸੀ ਤਾਂ ਪੁਲਿਸ ਨੇ ਲੋਕਾਂ ਨੂੰ ਘੇਰ ਕਰਕੇ ਕੁੱਟਿਆ, ਲੋਕਾਂ ਨੂੰ ਵੀ ਜਿੱਥੇ ਡਾਂਗਾ ਸੁੱਟੀ, ਬੜੀ ਤਸ਼ੱਦਦ ਵੀ ਹੋਇਆ। ਇਹ ਵੀ ਸੱਚ ਆ, ਪੁਲਿਸ ਨੇ ਧੱਕਾ ਕੀਤਾ। ਪਰ ਹੁਣ ਦੂਜੀ ਲਹਿਰ ਦੇ ਵਿੱਚ ਜਦੋਂ ਹੁਣ ਇੱਕ ਹੋਰ ਫਗਵਾੜੇ ਦੀ ਚਰਚਾ ਬਣੀ, ਮੇਰੇ ਖਿਆਲ ਨਾਲ ਕੋਈ ਨਿਊਜ਼ ਚੈਨਲ, ਕੋਈ ਵਰਲਡ ਦੇ ਵਿੱਚ ਇਹੋ ਜਿਹਾ ਪੰਜਾਬੀ ਨੇ ਜਿਹਨੇ ਨਹੀਂ ਦੇਖਿਆ, ਇੱਕ ਫਗਵਾੜਾ ਦੇ ਵਿੱਚ ਜਿਹੜਾ ਐਸਐਚਓ ਨਵਦੀਪ ਸਿੰਘ ਨੇ ਇੱਕ ਰੇਹੜੀ ਵਾਲੇ ਦੇ ਲੱਤ ਮਾਰੀ ਆ। ਉਹਨੂੰ ਤੁਸੀਂ ਕਿੱਦਾਂ ਵੇਖਦੇ ਹੋ? ਕਿਉਂਕਿ ਲੋਕ ਤਾਂ ਕਾਫੀ ਕਹਿ ਰਹੇ ਆ ਵੀ ਇਹ ਗਲਤ ਹੋਇਆ, ਕੋਈ ਕਹਿ ਰਿਹਾ ਨਹੀਂ ਜੀ ਇਹ ਗਲਤ ਨਹੀਂ, ਕੋਈ ਕਹਿੰਦਾ ਠੀਕ ਹੋਇਆ। ਦੋਨੇ ਚਰਚਾਵਾਂ ਬਣੀਆਂ। ਸੋ ਫਗਵਾੜੇ ਦੀ ਕਾਂਗਰਸ ਦਾ ਇੱਕ ਧੜਾ ਕਹਿ ਰਿਹਾ ਵੀ ਐਸਐਚਓ ਨੇ ਚੰਗਾ ਕੀਤਾ, ਉਹ ਇਮਾਨਦਾਰ ਆ। ਦੂਜਾ ਧੜਾ ਕਹਿੰਦਾ ਵੀ ਇਹ ਗਲਤ ਹੋਇਆ, ਉਹਨੂੰ ਲੱਤ ਨਹੀਂ ਮਾਰਨੀ ਚਾਹੀਦੀ ਸੀ। ਉਹਨਾਂ ਨੇ ਚਿੱਠੀ ਤੱਕ ਵੀ ਲਿਖਤੀ ਤੇ ਡੀਆਈਜੀ ਨੂੰ ਵੀ ਇਹਦੀਆਂ ਸਾਰੀਆਂ ਪ੍ਰੋੜਤਾਂ ਕੀਤੀਆਂ ਜਾਂ ਸਾਰਾ ਇਹਨਾਂ ਨੂੰ ਫਰੋਲਿਆ ਜਾਵੇ ਵੀ ਸਾਰਾ ਕੁਝ ਥਾਣੇ ਦੇ ਵਿੱਚ ਠੀਕ ਠਾਕ ਨਹੀਂ ਚੱਲ ਰਿਹਾ ਸੀ। ਪਰ ਉਹ ਤਾਂ ਮਸਲਾ ਵੱਖਰਾ। ਜਿਹੜੀ ਰੇਹੜੀ ਵਾਲੇ ਤੇ ਲੱਤ ਮਾਰੀ ਆ, ਉਹਨੂੰ ਕਿੱਦਾਂ ਦੇਖਦੇ ਆ ਤੁਸੀਂ? ਦੇਖੋ, ਮੈਂ ਪਿਛਲੀ ਵਾਰੀ ਜਦੋਂ ਕਰੋਨਾ ਦਾ ਦੌਰ ਚੱਲਿਆ, ਜਦੋਂ ਪੁਲਿਸ ਨੇ ਲੋਕਾਂ ਨੂੰ, ਆਮ ਲੋਕਾਂ ਨੂੰ ਫੜ ਕੇ ਕੁੱਟਿਆ, ਔਰ ਕੁੱਟਿਆ ਵੀ ਇਦਾਂ ਕਿ ਵੀਡੀਓ ਵੀ ਬਣਾਈਆਂ, ਸੋਸ਼ਲ ਮੀਡੀਆ ਤੇ ਵੀ ਪਾਈਆਂ, ਔਰ ਉਹਨਾਂ ਦੇ ਕੋਲੋਂ ਗਲਤ ਲਫ਼ਜ਼ ਵੀ ਬੁਲਵਾਏ, ਕਹਿ ਮੈਂ ਦੇਸ਼ ਧਰੋਹੀ ਹਾਂ, ਕਹਿ ਮੈਂ ਇਹ ਹੈ ਉਹ ਹੈ, ਇਦਾਂ ਦੀਆਂ ਬਹੁਤ ਗੱਲਾਂ ਹੋਈਆਂ। ਉਹ ਸੀਗਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਗੱਲਾਂ। ਉਹ ਸੀਗੀਆਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ। ਲੇਕਿਨ ਉਹਨਾਂ ਨੂੰ ਲੱਗਦਾ ਉਹ ਅਸੀਂ ਕਰੋਨਾ ਨੂੰ ਰੋਕਣ ਲਈ ਲੋਕਾਂ ਨੂੰ ਬੇਇੱਜ਼ਤ ਕਰ ਰਹੇ ਹਾਂ। ਲੇਕਿਨ ਕਿਸੇ ਨੂੰ ਪਬਲਿਕਲੀ ਬੇਇੱਜ਼ਤ ਕਰਨਾ ਬਹੁਤ ਮਾੜੀ ਗੱਲ। ਹੁਣ ਜਿਹੜੀ ਗੱਲ ਨਵਦੀਪ ਸਿੰਘ ਜੀ ਦੀ ਆ, ਨਵਦੀਪ ਸਿੰਘ ਐਸਐਚਓ ਸਿਟੀ, ਮੇਰਾ ਖਿਆਲ 6-7 ਮਹੀਨੇ ਦਾ ਕਾਰਜਕਾਲ ਇਹਨਾਂ ਦਾ ਹੋਣਾ, 6-7 ਮਹੀਨੇ ਦਾ। ਦੇਖੋ, ਮੈਂ ਰਾਜਨੀਤਿਕ ਤੌਰ ਤੇ ਉੱਤੇ ਸਾਡੇ ਵਿਚਾਰਕ ਮਤਭੇਦ ਕਿਸੇ ਨਾਲ ਹੋ ਸਕਦੇ ਆ, ਚਾਹੇ ਉਹ ਮੌਜੂਦਾ ਐਮਐਲਏ ਹੋਵੇ, ਚਾਹੇ ਕੋਈ ਸਾਬਕਾ ਐਮਐਲਏ ਹੋਵੇ, ਸਾਡੇ ਵਿਚਾਰਕ ਤੌਰ ਤੇ ਮਤਭੇਦ ਹੋ ਸਕਦੇ ਆ। ਲੇਕਿਨ ਜਿੱਥੇ ਗੱਲ ਆ ਗਈ ਬਈ ਇੱਕ ਆਪਾਂ ਕਾਮਨ ਗੱਲ ਕਰੀਏ, ਤਾਂ ਕਾਮਨ ਗੱਲ ਇਹ ਆ ਵੀ ਜਿਹੜੀ 6-7 ਮਹੀਨੇ ਦਾ ਕਾਰਜਕਾਲ ਨਵਦੀਪ ਸਿੰਘ ਦਾ ਆ, ਨਵਦੀਪ ਸਿੰਘ ਨੇ ਕਾਰਜਕਾਲ ਦੇ ਵਿੱਚ ਮੈਂ ਸਮਝਦਾ, ਮੈਂ ਜੋ ਮਹਿਸੂਸ ਕੀਤਾ ਕਿ ਉਹਨਾਂ ਨੇ ਆਪਣੇ ਵੱਲੋਂ ਵੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਿਉਂਕਿ ਬਹੁਤ ਸਾਰੇ ਅਫਸਰ ਇੱਥੇ ਆਉਂਦੇ ਆ, ਅਸੀਂ ਦੇਖਿਆ ਵੀ ਉਹ ਆਟੇ 'ਚ ਕਹਿੰਦੇ ਨੇ ਵੀ ਲੂਣ ਰਲਾ ਕੇ ਨਹੀਂ ਗੁੰਨਦੇ, ਉਹ ਇਕੱਲੇ ਲੂਣ ਗੁੰਨਦੇ ਰਹਿੰਦੇ ਆ। ਮਤਲਬ ਉਹਨਾਂ ਦੀ ਰੀੜ੍ਹ ਦੀ ਹੱਡੀ ਕੰਮੇ ਨਹੀਂ ਕਰਦੀ, ਬਿਲਕੁਲ ਤਲਵੇ ਚੱਟਣ ਲੱਗ ਪੈਂਦੇ ਆ ਪੋਲੀਟੀਸ਼ੀਅਨਸ ਦੇ। ਉਹਨੇ ਇਦਾਂ ਦਾ ਕੰਮ ਤਾਂ ਨਹੀਂ ਕੀਤਾ। ਇਸ ਗੱਲੋਂ ਤਾਂ ਅਸੀਂ ਜਿੰਨਾ ਮੈਂ ਦੇਖਿਆ ਉਹਦੇ ਕੰਮ ਕਰਨ ਦਾ ਤਰੀਕਾ, ਉਸ ਗੱਲੋਂ ਨਵਦੀਪ ਸਿੰਘ ਜਿਹੜਾ ਹੈਗਾ ਉਹ ਠੀਕ ਸੀਗਾ। ਔਰ ਰਹੀ ਗੱਲ ਉਹਦੇ ਲੱਤ ਮਾਰਨ ਦੀ, ਲੱਤ ਉਹਨਾਂ ਨੇ ਜਿਹੜੀ ਮਾਰੀ ਹੈ, ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ, ਗਲਤ ਹੈ, ਨਹੀਂ ਇਸ ਤਰੀਕੇ ਨਾਲ ਕਰਨਾ ਚਾਹੀਦਾ। ਲੇਕਿਨ ਮੈਂ ਉਹਦੀ ਜਿਹੜੀ ਮਾਨਸਿਕਤਾ ਸੀ ਉਸ ਵੇਲੇ, ਉਹਦਾ ਜਿਹੜਾ ਮਾਨਸਿਕ ਸੰਤੁਲਨ ਸੀ ਉਹ ਕਿੱਦਾਂ ਦਾ ਹੋਊਗਾ, ਮੈਂ ਉਸ ਤਰੀਕੇ ਨਾਲ ਦੇਖਣਾ ਚਾਹੁੰਦਾ। ਕਿਉਂਕਿ ਆਪਾਂ ਜਦੋਂ ਪਿੱਛੇ ਨੂੰ ਮਾੜੀਏ ਨਿਗਾਹ ਮਾਰਦੇ ਹਾਂ ਤਾਂ ਪਿਛਲੇ ਕਾਰਜਕਾਲ ਔਰ ਪਲੱਸ ਜਿਹੜਾ ਉਸ ਰੋਡ ਦੇ ਉੱਤੇ ਪਿਛਲੇ 5 ਦਿਨ ਤੋਂ ਉਹਨਾਂ ਦੀ ਕੀਤੀ ਹੋਈ ਕਾਰਗੁਜ਼ਾਰੀ, 5 ਦਿਨ ਤੋਂ ਕਾਰਗੁਜ਼ਾਰੀ ਕੀ ਚੱਲ ਰਹੀ ਸੀ ਸਰਾਏ ਰੋਡ ਦੇ ਉੱਤੇ। ਕਿਉਂਕਿ ਸਾਡੇ ਵੀ ਬਹੁਤ ਸਾਰੇ ਸਾਥੀ, ਕਿਉਂਕਿ ਸਭ ਤੋਂ ਵੱਡਾ ਰੇਹੜੀ ਫੜੀ ਯੂਨੀਅਨ ਨੂੰ ਚਲਾਉਣ ਵਾਲੇ ਅਸੀਂ ਇੱਥੇ ਫਗਵਾੜੇ ਦੇ ਵਿੱਚ ਗਰੀਬਾਂ ਦੇ ਨਾਲ, ਰੇਹੜੀ ਫੜੀ ਵਾਲਿਆਂ ਦੇ ਨਾਲ ਮੈਂ ਬਹੁਤ ਵੱਡੀਆਂ ਲੜਾਈਆਂ ਲੜੀਆਂ। ਲੇਕਿਨ ਜਿੱਥੇ ਕਿਸੇ ਦੀ ਗਲਤੀ ਆ, ਗਲਤ ਨੂੰ ਗਲਤ ਕਹਿਣਾ ਪਏਗਾ। 5 ਦਿਨ ਤੋਂ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਨਵਦੀਪ ਸਿੰਘ ਵੱਲੋਂ, ਬਈ ਇੱਥੇ ਤੁਸੀਂ ਇਕੱਠਿਆਂ ਹੋ ਕੇ ਇੰਨਾ ਰਸ਼ ਨਾ ਪਾਓ, ਰਸ਼ ਨਾ ਪਾਓ। ਉਸ ਤੋਂ 1 ਦਿਨ ਪਹਿਲਾਂ ਉਹਨੇ ਉੱਥੇ ਇਹਨਾਂ ਦੇ ਕਰੋਨਾ ਟੈਸਟ ਵੀ ਕਰਾਏ, ਜਿਹਦੇ ਵਿੱਚ 8 ਲੋਕ ਜਿਹੜੇ ਹੈਗੇ ਆ ਉਹ ਕਰੋਨਾ ਪੋਜ਼ਿਟਿਵ ਆਏ। ਔਰ ਇੱਥੇ ਆ ਕੇ ਪੁਲਿਸ ਦੀ ਜ਼ਿੰਮੇਵਾਰੀ ਕੀ ਬਣਦੀ ਹੈ? ਉਹਨੇ ਆਪਣੀ ਡਿਊਟੀ ਮੇਰੇ ਖਿਆਲ ਦੇ ਨਾਲ ਨਿਭਾਉਣ ਦੀ ਜਿਹੜੀ ਹੈਗੀ ਆ ਪੂਰੀ ਕੋਸ਼ਿਸ਼ ਕੀਤੀ, ਕਿਉਂਕਿ 8 ਲੋਕ ਕਰੋਨਾ ਪੋਜ਼ਿਟਿਵ ਆਉਣੇ ਔਰ 8 ਲੋਕਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਹਨੂੰ ਆਪਣੇ ਐਡਰੈਸ ਜਾਂ ਫੋਨ ਨੰਬਰ ਗਲਤ ਦੇ ਦਿੱਤੇ। ਉਸ ਤੋਂ ਬਾਅਦ ਵਿੱਚ ਕਿਸੇ ਨੇ ਉਹਨੂੰ ਦੱਸਿਆ ਵੀ ਜਿਹੜੇ ਲੋਕ ਪੋਜ਼ਿਟਿਵ ਆਏ ਹੈਗੇ ਆ ਉਹ ਲੋਕ ਦੁਬਾਰਾ ਸਬਜ਼ੀ ਵੇਚ ਰਹੇ ਆ। ਉਹ 2 ਵਾਰ ਉਸ ਦਿਨ ਉੱਥੇ ਗਿਆ, ਉਹ ਬੰਦੇ ਦੇਖ ਕੇ ਉਹਨੂੰ ਭੱਜਦੇ ਸੀ, ਲੁਕ ਜਾਂਦੇ ਸੀਗੇ। ਉਸ ਤੋਂ ਬਾਅਦ ਵਿੱਚ ਹੋ ਸਕਦਾ ਗੁੱਸੇ 'ਚ ਆ ਕੇ ਉਹਦੇ ਕੋਲ ਇਹ ਕੰਮ ਹੋਇਆ, ਗੁੱਸੇ 'ਚ ਆ ਕੇ ਉਹਦੇ ਕੋਲ ਇਹ ਗਲਤੀ ਹੋਈ ਆ, ਲੇਕਿਨ ਮਾਨਸਿਕ ਤੌਰ ਦੇ ਉੱਤੇ ਜਿਹੜਾ ਉਹਦੀ ਮਨਸ਼ਾ ਇਹ ਨਾ ਸੀ। ਪਰ ਐਕਸ਼ਨ ਬੜਾ ਵੱਡਾ ਹੋਇਆ। ਡੀਜੀਪੀ ਸਾਹਿਬ ਨੇ ਉਸੇ ਵੇਲੇ ਤੁਰੰਤ ਬਈ ਸਸਪੈਂਡ, ਉਹ ਠੀਕ ਸੀ? ਨਹੀਂ, ਮੈਂ ਦੇਖੋ ਉਹ ਵਿਭਾਗੀ ਗੱਲ ਹੈਗੀ ਆ ਉਹਨਾਂ ਦੀ। ਵੈਸੇ ਮੈਂ ਇਹ ਗੱਲ ਮੰਨਦਾ, ਕਿਉਂਕਿ ਦੇਖੋ ਇਨਸਾਨ ਆ, ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਆ। ਲੇਕਿਨ ਆਪਾਂ ਉਹਦਾ ਪੂਰਾ ਜਦੋਂ ਡਿਟੇਲ ਦੇਖਦੇ ਆ, ਬਈ ਜੇ ਆਪਾਂ ਕਹੀਏ ਵੀ 99 ਕੰਮ ਜਿਹੜੇ ਹੈਗੇ ਆ ਕਿਸੇ ਨੇ ਚੰਗੇ ਕੀਤੇ ਹੋਇਆ, ਜੇ ਉਹਦੇ ਕੋਲ ਇੱਕ ਗਲਤੀ ਹੋ ਗਈ ਆ ਤਾਂ ਉਹ 1% ਗਲਤੀ ਨੂੰ ਆਪਾਂ ਓਡੀ ਵੱਡੀ ਗੱਲ ਨਹੀਂ ਕਹਿੰਦੇ। ਹਾਂ, ਜੇ ਬੰਦਾ ਗਲਤੀਆਂ ਤੇ ਗਲਤੀਆਂ ਕਰੀ ਜਾਵੇ, ਫਿਰ ਤਾਂ ਵੱਡੀ ਸਜ਼ਾ ਦਾ ਹੱਕਦਾਰ ਵੀ ਬਣ ਜਾਂਦਾ। ਮੇਰੇ ਖਿਆਲ ਦੇ ਨਾਲ ਉਹਦੀ ਮਾਨਸਿਕਤਾ ਕੀ ਸੀ, ਉਹਨੂੰ ਵੀ ਜਾਂਚ ਲੈਣਾ ਚਾਹੀਦਾ ਹੈ। ਨਵਦੀਪ ਸਿੰਘ ਇੱਕ ਅੱਛਾ ਅਫਸਰ ਹੈ, ਉਹਦਾ ਹਜੇ ਕੈਰੀਅਰ ਕਾਫੀ ਲੰਬਾ ਰਹਿੰਦਾ, ਚੰਗਾ ਅਫਸਰ ਆ। ਔਰ ਉਸ ਚੰਗੇ ਅਫਸਰ ਨੂੰ ਉਹਦੀ ਸਾਰੀ ਕਾਰਗੁਜ਼ਾਰੀ ਨੂੰ ਪੂਰਾ ਡਿਟੇਲ ਦੇ ਵਿੱਚ ਦੇਖ ਲੈਣਾ ਚਾਹੀਦਾ ਔਰ ਫਿਰ ਉਹਦੇ ਤੇ ਕੋਈ ਦੁਬਾਰਾ ਐਕਸ਼ਨ ਕਰ, ਆਪਣੇ ਫੈਸਲਿਆਂ ਦੀ ਜਿਹੜੀ ਮੁੜ ਪੜਚੋਲ ਕਰਨਾ। ਹਰ ਇੱਕ ਦੀ ਦੇਖੋ ਇਨਸਾਨ ਆ, ਇਨਸਾਨ ਕੋਲ ਗਲਤੀ ਹੋ ਸਕਦੀ ਹੈ। ਮੇਰਾ ਕੋਈ ਉਹਦੇ ਨਾਲ ਨਿੱਜੀ, ਕਿਉਂਕਿ ਮੇਰਾ ਰਿਸ਼ਤੇਦਾਰ ਤਾਂ ਕੋਈ ਲੱਗਣਾ ਨਹੀਂ ਇੱਥੇ, ਨਾ ਮੇਰੇ ਸਿਫਾਰਿਸ਼ ਤੇ ਕੋ ਲੱਗਣਾ, ਮੈਂ ਨਾ ਸਰਕਾਰ ਦੇ ਵਿੱਚ ਆ। ਚਲੋ ਆਪਾਂ ਮੁੜ ਉਹੀ ਗੱਲ ਤੇ ਆਉਣੇ ਹੈਗਾ ਜੋ ਸਾਡਾ ਟੌਪਿਕ ਸੀਗਾ ਵੀ ਜਿਹੜਾ ਕਰੋਨਾ ਦੇ ਵਿੱਚ ਬੱਚਿਆਂ ਦੇ। ਸੋ ਲਾਸਟ ਦੇ ਵਿੱਚ ਆਪਾਂ ਜੇ ਸਰਕਾਰਾਂ ਵੱਲ ਨਾ ਦੇਖੀਏ, ਕਿਉਂਕਿ ਸਰਕਾਰਾਂ ਦੇ ਹਾਲਾਤ ਆਪਾਂ ਦੇਖੇ ਹੈਗੇ ਕੀ ਹਾਲਾਤ ਹੈਗੇ ਆ ਸਿਵਲ ਹਸਪਤਾਲਾਂ ਦੇ ਵਿੱਚ, ਕੀ ਪੁੱਛ ਪੜਤਾਲ ਆਇਆ। ਬੀਤੇ ਦਿਨੀ ਵੀ ਪਤਾ ਚੱਲਿਆ ਵੀ ਉੱਥੇ ਲੋਕ ਜਾਂਦੇ ਆ ਤੇ ਸਟਾਫ ਵੱਲੋਂ ਹੀ ਚੰਗਾ ਵਿਹਾਰ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਟ੍ਰਾਂਸਫਰਾਂ ਵੀ ਕੀਤੀਆਂ ਗਈਆਂ ਐਸਐਮਓ ਸਾਹਿਬ ਵੱਲੋਂ। ਲਾਸਟ ਦੇ ਵਿੱਚ ਤੁਸੀਂ ਆਮ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਆ, ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਆ, ਉਹ ਕੀ ਕਰਨ? ਆਪਣਾ ਆਪ ਧਿਆਨ ਰੱਖਣ ਜਾਂ ਸਰਕਾਰ ਤੇ ਆਸ ਰੱਖਣੀ ਚਾਹੀਦੀ ਉਹਨਾਂ ਨੂੰ? ਹਜੇ ਦੇਖੋ, ਸਰਕਾਰ ਨੂੰ ਇੱਕ ਬੇਨਤੀ ਮੈਂ ਜ਼ਰੂਰ ਕਰੂੰਗਾ ਕਿ ਲੋਕ ਜਿਹੜੇ ਹੈਗੇ ਆ, ਲੋਕਾਂ ਨੇ ਇਸ ਦੌਰ ਦੇ ਵਿੱਚ, ਕਿਉਂਕਿ ਪਹਿਲੇ ਦੌਰ ਦੇ ਵਿੱਚ ਕਰੋਨਾ ਨਾਲ ਜੀਣਾ ਨਾ ਸੀ ਸਿੱਖਿਆ ਲੋਕਾਂ ਨੇ, ਪਹਿਲੇ ਦੌਰ ਦੇ ਵਿੱਚ ਡਰ ਬਹੁਤ ਜ਼ਿਆਦਾ ਸੀ, ਇਸ ਕਰਕੇ ਲੋਕ ਘਰਾਂ ਦੇ ਵਿੱਚ ਭੁੱਖੇ ਤੇ ਆਏ ਵੀ ਬੈਠੇ ਰਹੇ। ਹੁਣ ਗਿਆ ਡਰ ਘਟ, ਇਸ ਕਰਕੇ ਲੋਕਾਂ ਦਾ ਸੋਚਣ ਦਾ ਨਜ਼ਰੀਆ ਵੀ ਬਦਲ ਗਿਆ। ਲੋਕ ਇਹ ਵੀ ਸੋਚਣ ਲੱਗ ਪਏ ਵੀ ਯਾਰ ਜੇ ਅਸੀਂ ਕਰੋਨਾ ਨਾਲ ਨਾ ਮਰੇ ਤਾਂ ਭੁੱਖਮਰੀ ਨਾਲ ਮਰ ਜਾਾਂਗੇ। ਇਸ ਕਰਕੇ ਸਰਕਾਰ ਨੂੰ ਪਹਿਲਾ ਐਕਸ਼ਨ, ਕਿਉਂਕਿ ਸਰਕਾਰਾਂ ਹੁੰਦੀਆਂ ਲੋਕਾਂ ਵਾਸਤੇ, ਪਹਿਲਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਕਿ ਸਰਕਾਰ ਪਲੈਨਿੰਗ ਇਦਾਂ ਦੀ ਕਰੇ। ਕਿਉਂਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੁੱਖ ਮੰਤਰੀ ਸਾਹਿਬ ਦੇ ਸਲਾਹਕਾਰ ਕਿੱਦਾਂ ਦੇ ਆ ਜਿਹੜੇ ਉਹਨਾਂ ਨੂੰ ਪੁੱਠੀਆਂ ਸਿੱਧੀਆਂ ਸਲਾਹਾਂ ਦਿੰਦੇ, ਸਵੇਰ ਨੂੰ ਸਲਾਹ ਕੋਈ ਹੋਰ ਹੁੰਦੀ ਆ, ਸ਼ਾਮ ਨੂੰ ਕੋਈ ਹੋਰ ਹੁੰਦੀ ਆ। ਸਰਕਾਰ ਨੂੰ ਚਾਹੀਦਾ ਵੀ ਪਹਿਲਾਂ ਉਹਨਾਂ ਲੋਕਾਂ ਦੇ ਬਾਰੇ ਸੋਚੇ ਜਿਹੜੇ ਲੋਕ ਰੋਜ਼ ਕਮਾਉਂਦੇ ਆ ਤੇ ਰੋਜ਼ ਖਾਂਦੇ ਆ। ਉਹਨਾਂ ਲੋਕਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਿੱਦਾਂ ਕਰਨਾ? ਹੁਕਮ ਜਾਰੀ ਕਰਨ ਦੇ ਨਾਲ ਕਰੋਨਾ ਨਹੀਂ ਰੋਕਣਾ। ਵੀ ਤੁਸੀਂ ਕਿਸੇ ਨੂੰ ਕਹਿੰਦੇ ਲੋਕ ਤਾਂ ਮਜਬੂਰ ਹੋ ਗਏ ਆ, ਲੋਕ ਕਹਿੰਦੇ ਯਾਰ ਭੁੱਖ ਕਿੱਦਾਂ ਕੱਟੀਏ? ਠੀਕ ਆ, ਅਸੀਂ ਘਰਾਂ ਦੇ ਅੰਦਰ ਵੜ ਜਾਂਦੇ, ਭੁੱਖ ਕਿੱਦਾਂ ਕੱਟੀਏ? ਸਭ ਤੋਂ ਵੱਡੀ ਲੜਾਈ ਤਾਂ ਇਹ ਹੈ ਨਾ। ਸਰਕਾਰ ਨੂੰ ਚਾਹੀਦਾ ਪਹਿਲਾਂ ਉਹਨਾਂ ਲੋਕਾਂ ਦੇ ਰੋਜ਼ੀ ਰੋਟੀ ਦਾ ਪ੍ਰਬੰਧ ਕਰੇ। ਹੁਕਮ ਬਾਅਦ ਵਿੱਚ ਲਾਗੂ ਹੋਣੇ ਆ। ਜੇ ਸਰਕਾਰ ਧੱਕੇ ਨਾਲ, ਡੰਡੇ ਨਾਲ ਹੁਕਮ ਲਾਗੂ ਕਰਾਉਣ ਦੀ ਕੋਸ਼ਿਸ਼ ਕਰੂਗੀ ਤਾਂ ਲੋਕਾਂ ਨੇ ਵਿਰੋਧ ਕਰਨਾ ਔਰ ਸਰਕਾਰ ਨੇ ਇਹ ਪਿਕਚਰ ਦੇਖ ਵੀ ਲਈ ਆ। ਦੂਸਰੀ ਗੱਲ ਕਿ ਲੋਕ ਜਿਹੜੇ ਹੈਗੇ ਆ, ਲੋਕ ਇਦਾਂ ਵੀ ਨਾ ਕਰਨ ਕਿ ਆਪਾਂ ਨੂੰ ਜੇ ਸਰਕਾਰ ਸਾਨੂੰ ਹਦਾਇਤ ਕਰਦੀ ਆ ਉਹਦੇ ਨਾਲ ਸਹੂਲਤ ਵੀ ਦਿੰਦੀ ਆ ਤਾਂ ਫਿਰ ਸਾਨੂੰ ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।
ਕਿਉਂਕਿ ਜੇ ਕਰੋਨਾ ਦੀ ਲਹਿਰ ਜਿਹੜੀ ਹੈਗੀ ਆ ਇਹਦੇ ਵਿੱਚ ਜ਼ਰੂਰੀ ਥੋੜੀ ਆ ਵੀ ਜੇ ਕਰੋਨਾ ਰੁਕ ਗਿਆ ਤਾਂ ਉਹਦੇ ਨਾਲ ਜਿਹੜਾ ਹੈਗਾ ਮੁੱਖ ਮੰਤਰੀ ਦਾ ਕੋਈ ਫਾਇਦਾ ਹੋਣ ਲੱਗਾ ਆ। ਜੇ ਕਰੋਨਾ ਦੀ ਲਹਿਰ ਰੁਕਦੀ ਆ ਤੁਹਾਡਾ ਵੀ ਫਾਇਦਾ, ਸਾਡਾ ਵੀ ਫਾਇਦਾ ਆ। ਬੱਚੇ ਤੁਹਾਡੇ ਘਰਾਂ ਦੇ ਵਿੱਚ ਵੀ ਆ, ਸਾਡੇ ਘਰਾਂ ਦੇ ਵਿੱਚ ਵੀ ਆ, ਬੱਚੇ ਵੀ ਆ, ਬਜ਼ੁਰਗ ਵੀ ਹੈ, ਨੌਜਵਾਨ ਵੀ, ਆਪਾਂ ਪਰਿਵਾਰ ਆ, ਆਪਾਂ ਸਮਾਜ ਆ, ਸਾਰੇ ਇੱਥੇ ਰਹਿੰਦੇ ਆ। ਤਾਂ ਇਹਦੇ ਵਿੱਚ ਐਫਰਟਸ ਤਾਂ ਆਪਾਂ ਨੂੰ ਆਪੇ ਕਰਨੇ ਪੈਣੇ ਆ। ਐਫਰਟਸ ਜਿਹੜੇ ਹੈਗੇ ਆ ਉਹ ਜੇ ਆਪਾਂ ਕਰਾਂਗੇ, ਹੁਕਮਾਂ ਦੀ ਉਲੰਘਣ ਜਿਹੜੀ ਹੈਗੀ ਆ, ਦੇਖੋ ਇਹ ਕਿਤੇ ਸਰਕਾਰ ਧੱਕਾ ਵੀ ਕਰਦੀ, ਕਿਉਂਕਿ ਸਾਡੇ ਤੇ ਤਾਂ ਜ਼ਿਆਦਾ ਹੀ ਕਰਦੀ ਆ, ਮੇਰੇ ਤੇ ਤਾਂ ਜ਼ਿਆਦਾ ਹੀ ਕਰਦੀ ਹੁੰਦੀ ਆ। ਵੀ ਜਦੋਂ ਦੇਖਿਆ ਜਰਨੈਲ ਨੰਗਲ ਖੜਾ ਹੋਇਆ ਵੀ ਸਾਡੇ ਖਿਲਾਫ ਬੋਲਣ ਲੱਗਾ, ਦੇ ਦਿਓ ਪਰਚਾ, ਦੇ ਦਿਓ ਪਰਚਾ, ਇਹ ਤਾਂ ਹੁੰਦਾ ਹੀ ਆ। ਪਰ ਮੈਂ ਇਹ ਗੱਲ ਕਹਿੰਦਾ ਵੀ ਅਸੀਂ ਹੁਕਮਾਂ ਦੀ ਉਲੰਘਣ ਨਹੀਂ ਕਰਦੇ, ਅਸੀਂ ਜਿਹੜੀਆਂ ਉਹਨਾਂ ਦੀਆਂ ਗਾਈਡਲਾਈਨ ਉਹਦੀ ਉਲੰਘਣ ਨਹੀਂ ਕਰਦੇ। ਲੇਕਿਨ ਅਸੀਂ ਇਹ ਜ਼ਰੂਰ ਕਹਿੰਦੇ ਆ ਵੀ ਜਿੱਥੇ ਤੁਸੀਂ ਸਿਰਫ ਨਾਦਰਸ਼ਾਹੀ ਫਰਮਾਨ ਜਾਰੀ ਕਰਦੇ ਆ, ਉੱਥੇ ਲੋਕਾਂ ਦੀ ਰੋਜ਼ੀ ਰੋਟੀ ਦਾ, ਲੋਕਾਂ ਦੇ ਰੁਜ਼ਗਾਰ ਦਾ ਵੀ ਖਿਆਲ ਰੱਖੋ, ਤਦ ਲੋਕ ਤੁਹਾਡੇ ਹੁਕਮ ਵੀ ਮੰਨਣਗੇ। ਲੇਕਿਨ ਤੁਸੀਂ ਸਿਰਫ ਹੁਕਮ ਚਲਾਓਗੇ ਤੇ ਲੋਕਾਂ ਨੂੰ ਡੰਡੇ ਦੇ ਨਾਲ ਮਨਾਓਗੇ, ਉੱਥੇ ਵਿਰੋਧ ਜਿਹੜਾ ਆ ਉਹ ਜ਼ਰੂਰ ਹੋਏਗਾ। ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਇੱਕ ਸਹੂਲਤ ਦਾ ਨਜਾਇਜ਼ ਫਾਇਦਾ ਵੀ ਨਹੀਂ ਚੁੱਕਣਾ। ਦੂਸਰਾ, ਸਰਕਾਰ ਨੂੰ ਬੇਨਤੀ ਕਰਦਾ ਕਿ ਆਪਾਂ ਡੰਡੇ ਦੇ ਨਾਲ ਕਿਸੇ ਨੂੰ ਆਪਣੀ ਗੱਲ ਧੱਕੇ ਦੇ ਨਾਲ ਮਨਾਉਂਗੇ, ਉਹਦੀ ਜ਼ਰੂਰਤ ਦਾ ਖਿਆਲ ਨਾ ਰੱਖੋਗੇ। ਇਹ ਬੈਲੈਂਸ ਬਣਾ ਕੇ ਚੱਲਣਾ ਪੈਣਾ, ਤਦ ਲੋਕ ਵੀ ਤੁਹਾਡੀ ਗੱਲ ਮੰਨਣਗੇ ਤੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੋਣਾ ਚਾਹੀਦਾ। ਵਾਕਈ ਇਸ ਵੇਲੇ ਪੂਰੇ ਦੇਸ਼ ਤੇ ਕਾਫੀ ਵੱਡਾ ਖਤਰਾ ਮੰਡਰਾ ਰਿਹਾ। ਆਮ ਲੋਕਾਂ ਦੇ ਮਨਾਂ ਵਿੱਚ ਕਈਆਂ ਦੇ ਇਹ ਵੀ ਗੱਲ ਆਉਂਦੀ ਹੈ ਬਾਰ-ਬਾਰ ਵੀ ਕਰੋਨਾ ਹੈ ਨਹੀਂ, ਇਹ ਤਾਂ ਸਿਰਫ ਡਰਾਮੇਬਾਜ਼ੀਆਂ, ਇਹ ਤਾਂ ਇਦਾਂ ਨਹੀਂ। ਪਰ ਕਰੋਨਾ ਹੈ। ਜਦ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੋ, ਆਪਣੇ ਰਿਸ਼ਤੇਦਾਰੀਆਂ ਦੇਖ ਲਓ, ਸਰਕਲ ਦੇਖ ਲਿਓ, ਤੇ ਤੁਹਾਨੂੰ ਕੋਈ ਨਾ ਕੋਈ ਕਰੋਨਾ ਪੀੜਤ ਬੰਦਾ ਜ਼ਰੂਰ ਮਿਲੇਗਾ, ਕਿਉਂਕਿ ਏਡੀ ਵੱਡੇ ਪੱਧਰ ਤੇ ਮਹਾਮਾਰੀ ਚੱਲ ਰਹੀ ਹੈ। ਸੋ WHO ਨੇ ਬਹੁਤ ਵੱਡਾ ਇੱਕ ਸ਼ੰਕਾ ਜ਼ਾਹਰ ਕੀਤੀ ਆ। ਸੁਪਰੀਮ ਕੋਰਟ ਨੇ ਸਵਾਲ ਕੀਤਾ ਸਰਕਾਰ ਨੂੰ ਵੀ ਜੇਕਰ ਇਹ ਤੀਜੀ ਲਹਿਰ ਬੱਚਿਆਂ ਤੇ ਹਮਲਾ ਕਰਦੀ ਹੈ ਤਾਂ ਤੁਸੀਂ ਕਿੰਨੇ ਕੁ ਤਿਆਰ ਹੋ। ਇਸ ਬਾਰੇ ਅਸੀਂ ਸਾਰੀ ਗੱਲਬਾਤ ਜਿਹੜੀ ਕਿ ਜਰਨੈਲ ਨੰਗਲ ਜੀ ਨੇ ਕੀਤੀ, ਉਹਨਾਂ ਨੇ ਆਪਣੇ ਵਿਊ ਵੀ ਤੁਹਾਡੇ ਅੱਗੇ ਰੱਖਿਆ। ਜਿਹੜਾ ਫਗਵਾੜਾ ਦੇ ਵਿੱਚ SHO ਨਵਦੀਪ ਸਿੰਘ ਨੇ ਕਿੱਕ ਮਾਰੀ ਸੀਗੀ, ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ, ਬਹੁਤ ਮਾੜੇ ਕਮੈਂਟ ਵੀ ਉਹਨਾਂ ਦੇ ਆ ਰਹੇ ਆ ਵੀ ਇਹ ਚੰਗਾ ਨਹੀਂ ਕੀਤਾ, ਗਰੀਬਾਂ ਨਾਲ ਧੱਕਾ ਕੀਤਾ ਜੀ, ਇਹਨਾਂ ਨੇ ਇਹ ਕੀਤਾ। ਉਹਨਾਂ ਬਾਰੇ ਵੀ ਉਹਨਾਂ ਨੇ ਦੱਸਿਆ ਵੀ ਚਲੋ ਸਮਾਂ ਕਈ ਵੇਲੇ ਇੱਦਾਂ ਦਾ ਆ ਗਿਆ ਸੀ ਵੀ ਗੁੱਸੇ ਦੇ ਵਿੱਚ ਉਹ ਲੱਤ ਵੱਜ ਗਈ ਹੈਗੀ ਆ। ਸੋ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ। ਤੁਸੀਂ ਆਪਣਾ ਧਿਆਨ, ਬੱਚਿਆਂ ਦਾ ਧਿਆਨ ਤੇ ਆਪਣੇ ਬਜ਼ੁਰਗਾਂ ਦਾ ਧਿਆਨ ਇਸੇ ਤਰ੍ਹਾਂ ਰੱਖ ਸਕਦੇ ਹੋ। ਕੋਈ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲੋ, ਜਿਹੜੀਆਂ ਵੀ ਗਾਈਡਲਾਈਨ ਹੈਗੀ ਉਹਦੀ ਤੁਸੀਂ ਪਾਲਣਾ ਕਰੋ। ਕੈਮਰਾਮੈਨ ਜੱਸੀ ਸੈਣੀ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ TV ਫਗਵਾੜਾ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ। ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।